ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ। ਮੈਂ ਤੁਹਾਡੇ ਨਾਲ ਪਰਮਿੰਦਰ ਸਿੰਘ ਤੇਜਾ ਤੇ ਸਾਡੇ ਖਾਸ ਪ੍ਰੋਗਰਾਮ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਅਸੀਂ ਇਸ ਖਾਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਐਸਸੀ ਭਾਈਚਾਰੇ ਦੀ ਕਿ ਆਖਰਕਾਰ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਨਾਲ ਜੁੜੇ ਹੋਏ ਕਿਹੜੇ ਅਹਿਮ ਮੁੱਦੇ ਨੇ, ਕਿਹੜੇ ਮੁੱਖ ਮੁੱਦੇ ਨੇ, ਕਿਹੜੇ ਮੁੱਦਿਆਂ ਦਾ ਹੁਣ ਤੱਕ ਹੱਲ ਹੋਇਆ ਜਾਂ ਕਿਹੜੇ ਮੁੱਦੇ ਹੁਣ ਤੱਕ ਨਜ਼ਰ ਅੰਦਾਜ਼ ਹੁੰਦੇ ਆਏ ਨੇ। ਇਸ ਨੂੰ ਲੈ ਕੇ ਵਿਸਥਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਸਾਡੇ ਸਟੂਡੀਓ ਵਿਸ਼ੇਸ਼ ਮਹਿਮਾਨ ਪਹੁੰਚੇ ਨੇ, ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸੰਪਲਾ ਜੀ। ਸੰਪਲਾ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਸਟੂਡੀਓ ਦੇ ਵਿੱਚ। ਜ਼ਿਕਰ ਅਸੀਂ ਕਰ ਰਹੇ ਹਾਂ ਕਿਉਂਕਿ ਤੁਹਾਡੇ ਕੋਲ ਸੰਵਿਧਾਨਿਕ ਅਹੁਦਾ ਆਪਣੇ ਆਪ ਦੇ ਵਿੱਚ, ਤੁਸੀਂ ਪੂਰੇ ਦੇਸ਼ ਦੀ ਨੁਮਾਇੰਦਗੀ ਕਰਨੀ ਆ, ਪੂਰੇ ਦੇਸ਼ ਦੇ ਨਾਲ ਹੀ ਜੁੜੀ ਤੁਹਾਡੀ ਇੱਕ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੈ। ਗੱਲ ਪੰਜਾਬ ਦੇ ਲਿਹਾਜ਼ ਦੇ ਨਾਲ ਕੀਤੀ ਜਾਵੇ, ਤੁਹਾਡੇ ਵੱਲੋਂ ਗਵਰਨਰ ਦੇ ਨਾਲ ਮੁਲਾਕਾਤ ਵੀ ਕੀਤੀ ਗਈ, ਉਸ ਦੇ ਵਿੱਚ ਕਈ ਅਹਿਮ ਮੁੱਦੇ ਚੁੱਕੇ ਗਏ ਨੇ। ਕਿਹੜੇ ਮੁੱਦੇ ਗਵਰਨਰ ਦੇ ਅੱਗੇ ਚੁੱਕੇ ਗਏ ਨੇ, ਡਿਸਕਸ ਹੋਏ ਨੇ ਤੇ ਕਿਵੇਂ ਪੰਜਾਬ ਦੇ ਐਸਸੀ ਭਾਈਚਾਰੇ ਨਾਲ ਉਹ ਮੁੱਦੇ ਜੁੜੇ ਹੋਏ ਨੇ? ਅੱਜ ਮੰਨ ਲਓ ਮੈਂ ਗਵਰਨਰ ਸਾਹਿਬ ਨਾਲ ਮਿਲਿਆ ਸੀ ਔਰ ਉਹਦੇ 'ਚ ਮੇਨ 3 ਮੁੱਦੇ ਅਸੀਂ ਅੱਜ ਦੀ ਡੇਟ 'ਚ ਲਏ ਸੀਗੇ ਕਿ ਇੱਕ ਤਾਂ ਬਹੁਤ ਵੱਡਾ ਭਖਦਾ ਦਾ ਮਸਲਾ ਆ ਜਿਹੜਾ ਅਨੁਸੂਚਿਤ ਜਾਤੀ ਦੇ ਬੱਚਿਆਂ ਦੇ ਲਈ ਜਿਹੜੀ ਸਕਾਲਰਸ਼ਿਪ ਦੀ ਸਕੀਮ ਹੈ, ਜਿਹਦਾ ਜਿਸ ਮਕਸਦ ਲਈ ਉਹ ਸਕੀਮਾਂ ਸ਼ੁਰੂ ਕੀਤੀਆਂ ਉਹ ਨਾ ਹੋ ਕੇ ਅੱਜ ਉਹ ਨਫ਼ਰਤ ਦਾ ਪਾਤਰ ਹੋ ਗਈਆਂ ਔਰ ਬੱਚਿਆਂ ਨੂੰ ਐਡਮਿਸ਼ਨਾਂ ਨਹੀਂ ਮਿਲ ਰਹੀਆਂ। ਕਾਲਜ ਇਸ ਕਰਕੇ ਨਹੀਂ ਦੇ ਰਹੇ ਕਿ ਉਹਨਾਂ ਨੂੰ ਪੈਸੇ ਨਹੀਂ ਦੇ ਰਹੇ ਔਰ ਉਹ ਸਰਕਾਰ ਔਰ ਜਿਹੜੀ ਕਾਲਜਿਸ ਦੀ ਐਡਮਿਨਿਸਟ੍ਰੇਸ਼ਨ ਦੀ ਉਹਨਾਂ ਦੀ ਆਪਸੀ ਟਸਲ ਦੇ ਵਿੱਚ ਪਿਸ ਰਿਹਾ ਹੈ ਜਿਹੜਾ ਉਹ ਅਨੁਸੂਚਿਤ ਜਾਤੀ ਦਾ ਬੱਚਾ ਹੈ, ਜਿਹਦੇ ਲਈ ਤੁਸੀਂ ਸਕੀਮ ਬਣਾਈ ਹੈ, ਜਿਹਦੇ ਤੇ ਉਹਦਾ ਹੱਕ ਮਾਰਿਆ। ਹੱਕ ਕਿਹਦਾ ਜਾ ਰਿਹਾ? ਬੱਚੇ ਦਾ। ਦੂਸਰਾ ਹੱਕ ਜਿਹੜਾ ਸੀ ਸਾਡੀ ਕਿ ਜਿਹੜੀ ਏਜੀ ਆਫਿਸ ਦੇ ਵਿੱਚ ਲਾਅ ਆਫਿਸਰਾਂ ਦੀ ਜਿਹੜੀ ਆ ਭਰਤੀ ਕੀਤੀ ਜਾਂਦੀ ਹੈ, ਉਹਦੇ ਵਾਸਤੇ ਅਸੀਂ ਉਹਨਾਂ ਨੂੰ ਕਹਿਣ ਗਿਆ ਸੀ ਕਿ ਕਿਉਂਕਿ ਤੁਹਾਡੀ ਸਰਕਾਰ ਦੇ ਵਿੱਚ ਪਿਛਲੀ ਜਿਹੜੀ ਹੈ ਸਾਨੂੰ 9/12 ਦੀ ਚਿੱਠੀ ਦੇ ਮੁਤਾਬਕ ਇਹ ਦੱਸ ਦਿੱਤਾ ਗਿਆ ਸੀ ਕਿ ਅਸੀਂ ਭਰਤੀ ਜਿਹੜੀ ਕਰ ਰਹੇ। ਇੱਕ ਤਰੀਕੇ ਨਾਲ ਅਸੀਂ ਆਪਣੇ ਕੋਲ ਕੇਸ ਖਤਮ ਕਰਤਾ ਸੀ, ਪਰ ਨਵੀਂ ਸਰਕਾਰ ਆਈ ਅਤੇ ਉਹਨਾਂ ਨੇ ਜਿਹੜੇ ਆ ਉਹ ਫਿਰ ਦੁਬਾਰਾ ਉੱਥੇ ਹੀ ਰਿਜ਼ਰਵੇਸ਼ਨ ਨਹੀਂ ਦਿੱਤੀ। ਜਿਹੜੀ ਐਡ ਕੱਢੀ ਅਖਬਾਰਾਂ 'ਚ ਉਹਦੇ 'ਚ ਰਿਜ਼ਰਵੇਸ਼ਨ ਨਾਂ ਦੀ ਚੀਜ਼ ਹੀ ਨਹੀਂ ਸੀ। ਠੀਕ ਹੈ। ਅਤੇ ਉਹਦੇ ਲਈ ਅਸੀਂ ਉਹਨਾਂ ਨੂੰ ਕਿਹਾ ਸੀ। ਤੀਸਰਾ ਜਿਹੜਾ ਮੁੱਦਾ ਸੀ ਕਿ ਜਿਹੜੇ ਜ਼ਿਲ੍ਹਾ ਲੈਵਲ ਦੀਆਂ ਅਦਾਲਤਾਂ ਵਿੱਚ ਕੰਮ ਕਰ ਰਹੇ ਜਿੰਨੇ ਵੀ, ਚਾਹੇ ਉਹ ਜੁਡੀਸ਼ਰੀ ਅਧਿਕਾਰੀ ਨੇ ਚਾਹੇ ਦੂਸਰੇ ਨੇ ਜੱਜਿਸ ਨੇ, ਉਹਨਾਂ ਦੇ ਵਿੱਚ ਵੀ ਰਿਜ਼ਰਵੇਸ਼ਨ ਲਾਗੂ ਹੋਣੀ ਚਾਹੀਦੀ ਸੀ, ਜਦ ਕਿ ਇਹ ਪਿਛਲੀ ਵਾਰ ਸਾਨੂੰ ਇਹ ਆਪਣੀ ਸਹਿਮਤੀ ਦੇ ਗਏ ਸੀ ਕਿ ਅਸੀਂ ਉਹ ਵੀ ਲਾਗੂ ਕਰਾਂਗੇ, ਜਿਹਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ। ਇਹ ਸਭ ਤੋਂ ਹੁਣ ਮੁੱਖ ਮੁੱਦੇ ਦੀ ਆਪਾਂ ਗੱਲ ਕਰਾਂਗੇ। ਐਸਸੀ ਸਕਾਲਰਸ਼ਿਪ ਦਾ ਮੁੱਦਾ ਕੋਈ ਨਵਾਂ ਨਹੀਂ ਹੈ। ਪਿਛਲੀ ਪੰਜਾਬ ਸਰਕਾਰ, ਪਿਛਲੀ ਕੈਪਟਨ ਸਰਕਾਰ ਦੀ ਗੱਲ ਕੀਤੀ ਜਾਵੇ, ਉਦੋਂ ਵੀ ਇਹ ਮੁੱਦਾ ਬਹੁਤ ਅਹਿਮ ਰਿਹਾ। ਉਸ ਵੇਲੇ ਦੇ ਮੰਤਰੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਹੀ ਲੱਗੇ ਗਏ, ਐਸਸੀ ਸਕਾਲਰਸ਼ਿਪ ਨੂੰ ਘਟਾਲੇ ਨੂੰ ਲੈ ਕੇ ਇਲਜ਼ਾਮ ਲੱਗੇ ਗਏ। ਕੀ ਕਾਰਨ ਕੀ ਹੈ? ਇਹ ਕਿਉਂ ਪੰਜਾਬ ਤੇ ਕੇਂਦਰ ਦੇ ਇਸ ਮੁੱਦੇ ਨੂੰ ਲੈ ਕੇ ਟਸਲ ਸ਼ੁਰੂ ਤੋਂ ਚੱਲਦੀ ਆ ਰਹੀ ਹੈ? ਪੰਜਾਬ ਦੇ ਵੱਲੋਂ ਜਿਹੜੀ ਆ ਉਹ ਗੇਂਦ ਆ ਕੇਂਦਰ ਦੇ ਪਾਲੇ ਸੁੱਟ ਦਿੱਤੀ ਜਾਂਦੀ ਹੈ, ਕੇਂਦਰ ਦੇ ਵੱਲੋਂ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ। ਐਕਚੁਅਲੀ ਸਿਚੁਏਸ਼ਨ ਕੀ ਹੈ? ਕਿਤੇ ਨਾ ਕਿਤੇ ਜਿਹੜੀ ਉਹ ਦਿੱਕਤ ਹੈ, ਖਰਾਬੀ ਹੈ, ਜਿਸ ਕਰਕੇ ਅਸਲ ਦੇ ਵਿੱਚ ਉਹਨਾਂ ਵਿਦਿਆਰਥੀਆਂ ਤੱਕ ਉਹਨਾਂ ਦਾ ਹੱਕ ਹੈ ਜਿਹੜਾ ਉਹ ਬੈਨੀਫਿਟ ਨਹੀਂ ਪਹੁੰਚ ਰਿਹਾ? ਦੇਖੋ, ਮੈਂ ਪਹਿਲਾਂ ਇਹਦੇ 'ਚ ਕਲੀਅਰ ਕਰਦਾ ਕਿ ਜਦੋਂ ਅਸੀਂ ਇਸ ਕੇਸ ਦੀ ਸੁਣਵਾਈ ਕਰ ਰਹੇ ਹਾਂ ਕਮਿਸ਼ਨ ਦੇ ਵਿੱਚ, ਤਾਂ ਅਸੀਂ ਇਕੱਲਾ ਸੂਬਾ ਸਰਕਾਰ ਨੂੰ ਨਹੀਂ ਬੁਲਾਉਂਦੇ, ਅਸੀਂ ਕੇਂਦਰ ਦੀ ਸਰਕਾਰ ਨੂੰ ਵੀ ਵਿੱਚ ਬਰਾਬਰ 'ਤੇ ਬੁਲਾਉਂਦੇ ਹਾਂ, ਤਾਂ ਕਿ ਜਿਹੜਾ ਇਹ ਕੇਂਦਰ ਕੁਛ ਕਹੇ ਅਤੇ ਸੂਬਾ ਕੁਛ ਕਰੇ, ਐਸਾ ਨਹੀਂ। ਔਰ ਇਹ ਮੈਂ ਦੱਸ ਦਿਆਂ ਕਿ ਜਿਹੜਾ ਵੀ ਵਿਅਕਤੀ ਕਹਿੰਦਾ ਕਿ ਕੇਂਦਰ ਨੂੰ ਪੈਸਾ ਨਹੀਂ ਦੇ ਰਹੀ, ਉਹ ਸਮਝ ਲਓ ਜਾਂ ਤਾਂ ਤੁਹਾਨੂੰ ਗੁੰਮਰਾਹ ਕਰ ਰਿਹਾ ਜਾਂ ਝੂਠ ਬੋਲ ਕੇ ਉਹ ਆਪਣਾ ਭੱਲਾ ਛਡਾ ਰਿਹਾ। ਕਿਉਂਕਿ ਜਿਹੜਾ ਆ 2019 ਦੀ 31 ਮਾਰਚ ਤੱਕ ਸਾਰੇ ਪੈਸੇ ਜਿਹੜੇ ਇਨ ਬਿਨ ਪੈਸੇ ਦੇਣ ਦਾ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਸੀ ਔਰ ਉਸ ਵੇਲੇ ਮੈਂ ਮੰਤਰੀ ਸੀ, ਉਸ ਵੇਲੇ ਦੇ ਦਿੱਤੇ ਗਏ ਸੀ। ਫਿਰ ਵੀ ਅਸੀਂ ਕਿਹਾ ਸੀ ਕਿ ਜੇ ਕੁਛ ਹੋਰ ਹੋਇਆ ਅਤੇ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ, ਜਿਹੜਾ ਕਿ ਬਾਅਦ ਦੇ ਵਿੱਚ ਇਹਨਾਂ ਨੇ 309 ਕਰੋੜ ਰੁਪਇਆ ਹੋਰ ਵੀ ਮੰਗਿਆ। ਉਹ ਉਸ ਤੋਂ ਇਲਾਵਾ ਵੀ ਲਗਭਗ 400 ਕਰੋੜ ਰੁਪਏ ਦੀ ਡਿਮਾਂਡ ਕੀਤੀ, ਉਹ ਕੇਂਦਰ ਸਰਕਾਰ ਨੇ ਇਹਨਾਂ ਨੂੰ ਪੈਸੇ ਦੇ ਦਿੱਤੇ। ਠੀਕ ਹੈ। ਹੁਣ ਅਗਲਾ ਜਿਹੜਾ ਪੈਸਾ ਆ, ਉਹ ਜਿਹੜਾ ਅਗਲੇ ਪੈਸੇ ਜਿਹੜੇ ਸੀ ਉਹ ਦੇਣੇ ਆ ਕੇਂਦਰ, ਜਿਹੜਾ ਸੂਬਾ ਸਰਕਾਰ ਨੇ, ਕੇਂਦਰ ਨੇ ਆਪਣੇ ਪੈਸੇ ਦੇ ਦਿੱਤੇ ਔਰ ਇਹ ਕਲੀਅਰ ਕਰ ਦਿੱਤਾ ਕਿ ਹੁਣ ਜਿਹੜਾ ਹੈ ਇੱਕ ਵੀ ਪੈਸਾ ਕੇਂਦਰ ਨੇ ਸੂਬੇ ਦਾ ਨਹੀਂ ਦੇਣਾ। ਔਰ ਇਹ ਦੋਨੇ ਧਿਰਾਂ ਉੱਥੇ ਪੰਜਾਬ ਵੀ ਸਰਕਾਰ ਵੀ ਔਰ ਕੇਂਦਰ ਸਰਕਾਰ ਦੀ ਵੀ ਬੈਠ ਕੇ ਕਲੀਅਰ ਕੀਤਾ ਗਿਆ। ਔਰ ਜਿਹੜੀ ਇਹ 2020 ਦੇ ਵਿੱਚ 60-40 ਦੀ ਸਕੀਮ ਵੀ ਆਈ ਸੀ, ਉਹਦੇ ਵਿੱਚ ਉਸ ਤੋਂ ਪਹਿਲਾਂ ਇਹਨਾਂ ਨੇ 140 ਕਰੋੜ ਰੁਪਈਆ ਕੇਂਦਰ ਨੂੰ ਇਹ ਕਿਹਾ ਕਿ ਸਾਡੇ ਕੋਲ ਐਕਸੈਸ ਹੈ, ਵਾਧਾ ਇਹ ਆ, ਇਹ ਉਹਨਾਂ ਨੂੰ ਸਰੈਂਡਰ ਕੀਤੇ ਆ। ਅਤੇ ਜਿਹੜਾ 2021 ਦਾ 60% ਦਾ ਹਿੱਸਾ ਦੇਣਾ ਸੀ,
ਉਹਦੇ ਵਿੱਚੋਂ ਉਹਨਾਂ ਨੇ 140 ਜਿਹੜਾ ਇਹਨਾਂ ਕੋਲ ਵੱਧ ਸੀ, ਜਿਹੜਾ ਇਹਨਾਂ ਸਰੈਂਡਰ ਕੀਤਾ ਸੀ, ਉਹਨਾਂ ਨੇ ਵਾਪਸ ਨਹੀਂ ਮੰਗਾਇਆ। ਉਹਨਾਂ ਨੇ ਕਿਹਾ ਤੁਸੀਂ ਰੱਖੋ, ਔਰ ਜਿਹੜਾ ਬਾਕੀ ਬਚਦਾ ਸੀ 229 ਕਰੋੜ ਦੇ ਵਿੱਚ, ਉਹਦੇ 'ਚ ਉਹਨਾਂ ਨੇ 88 ਕਰੋੜ ਰੁਪਏ ਜੋ ਵੀ ਬਾਕੀ ਬਚਦਾ ਸੀ ਉਹ ਉਹਨਾਂ ਨੂੰ ਦੇ ਕੇ ਕਰਤਾ। ਔਰ ਇਹ ਕੇਂਦਰ ਸਰਕਾਰ ਨੇ ਵੀ ਕਹਿ ਦਿੱਤਾ, ਔਰ ਸੂਬਾ ਸਰਕਾਰ ਨੇ ਸਾਨੂੰ ਰਿਟਰਨ 'ਚ ਵੀ ਦਿੱਤਾ ਕਿ ਅਸੀਂ ਹਾਂ 140 ਕਰੋੜ ਰੁਪਏ ਸਰੈਂਡਰ ਕੀਤਾ ਹੈ। ਠੀਕ ਹੈ, ਭਾਵ ਇਹਨਾਂ ਕੋਲ ਵੱਧ ਆ ਗਿਆ ਸੀ। ਵਾਪਸ ਕਦੋਂ ਕੀਤੇ ਇਹ ਜ਼ਰੂਰ ਸਾਫ਼ ਕਰਿਓ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਕਨਫਿਊਜ਼ਨ ਰਹਿੰਦੀ। ਆਖਰਕਾਰ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਸ਼ੇਅਰ ਕਿੰਨਾ ਹੈ? ਕਿੰਨਾ ਪੰਜਾਬ ਸਰਕਾਰ ਨੇ ਉਹ ਦੇਣਾ ਹੁੰਦਾ ਹੈ, ਕਿੰਨਾ ਕੇਂਦਰ ਸਰਕਾਰ ਦੇ ਵੱਲੋਂ ਉਸ ਨੂੰ ਲੈ ਕੇ ਗ੍ਰਾਂਟ ਦੇਣੀ ਹੁੰਦੀ ਹੈ? ਦੇਖੋ, ਮੈਂ ਇਹਦੇ 'ਚ ਸ਼ੇਅਰ ਦੀ ਪਹਿਲਾਂ, ਕਿਉਂਕਿ ਜਿਹੜੀ ਸਕੀਮ ਸੀਗੀ ਉਹ ਮੈਂ ਤੁਹਾਨੂੰ ਕਲੀਅਰ ਦੱਸ ਦਿਆਂ ਕਿ 2007 ਦੇ ਵਿੱਚ ਜਦੋਂ ਕੇਂਦਰ ਸਰਕਾਰ ਨੇ ਸਕੀਮ ਸ਼ੁਰੂ ਕੀਤੀ ਸੀ ਕਿ 5 ਸਾਲ ਲਈ ਉਹ ਜਿਹੜੀ ਕੇਂਦਰ ਸਰਕਾਰ ਪੈਸਾ ਦੇਗੀ, ਇਹ ਸਕੀਮ ਸੀ ਕਿ ਵੀ 5 ਸਾਲ ਲਈ ਪੈਸਾ ਦੇਗੀ, ਹਰ 5 ਸਾਲ ਬਾਅਦ ਉਹਦਾ ਰਿਵਿਊ ਹੋਏਗਾ, ਜਿੰਨਾ ਸੂਬਿਆਂ ਦਾ ਡਿਮਾਂਡ ਹੋਏਗੀ। ਇਕੱਲੇ ਪੰਜਾਬ ਲਈ ਨਹੀਂ ਸੀ, ਪੂਰੇ ਆਲ ਓਵਰ ਇੰਡੀਆ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਹੈ ਕਿ ਜਿੰਨੀ ਵੀ ਸੂਬੇ ਦੀ ਡਿਮਾਂਡ ਹੋਏਗੀ 5 ਸਾਲ ਬਾਅਦ ਉਹਦੀ ਲਾਇਬਿਲਟੀ ਜੀ, ਭਾਵ ਉਹਨੇ ਪੈਸੇ ਸੂਬਾ ਦੇਗਾ ਔਰ ਉਸ ਤੋਂ ਉੱਪਰਲੇ ਪੈਸੇ ਜਿਹੜੇ ਉਹ ਕੇਂਦਰ ਸਰਕਾਰ ਦੇ। ਹੁਣ 2007 ਤੋਂ 2012 'ਚ ਰਿਵਿਊ ਹੋਇਆ ਤੇ ਇਹਨਾਂ ਦੇ 60.79 ਮੰਨ ਲਓ ਲਗਭਗ 60 ਕਰੋੜ ਆਪਾਂ ਕਹਿ ਲਈਏ, 61 ਕਰੋੜ ਕਹਿ ਲਈਏ, 61 ਕਰੋੜ ਦੀ ਲਾਇਬਿਲਟੀ ਜਿਹੜੀ ਸੀ ਉਹ ਪੰਜਾਬ ਸਰਕਾਰ ਦੀ ਹੋ ਗਈ। ਉਦੋਂ ਉੱਪਰਲੇ ਪੈਸੇ ਜਿਹੜੇ ਸੀ ਉਹ ਕੇਂਦਰ ਸਰਕਾਰ ਨੇ ਦੇਣੇ ਸੀ। ਹੁਣ 12 ਦੇ ਵਿੱਚ ਜਿਹੜੀ ਸੀਗੀ ਉਹ ਲਾਇਬਿਲਟੀ ਸੀ 60 ਤੋਂ ਸਾਰੀ ਦੇਤੀ। ਹੁਣ ਜਦੋਂ 12-13 ਦੀ ਵਾਰੀ ਆਈ ਤੇ ਸੂਬੇ ਦੀ ਡਿਮਾਂਡ ਆ ਗਈ 170 ਕਰੋੜ ਰੁਪਇਆ। ਉਹਦੇ ਚੋਂ ਜਿਹੜੇ ਅਸੀਂ ਘਟਾਤੇ ਉਹਨਾਂ ਨੇ 60 ਕਰੋੜ ਜਿਹੜਾ 79 ਪੁਆਇੰਟ ਸੀ, ਉਹ ਜਿਹੜੀ 109 ਕਰੋੜ ਜਿਹੜੇ ਸੀ ਉਹ ਦੇ ਦਿੱਤੇ। ਇਸੇ ਤਰ੍ਹਾਂ ਹੀ ਇਹਦੇ 'ਚ ਉਸ ਵੇਲੇ ਬੱਚੇ ਕਿੰਨੇ ਪੜ੍ਹਦੇ ਸੀ 13-14 'ਚ, 12-13 'ਚ 1,21,000। ਠੀਕ ਹੈ, ਮੇਰੇ ਕੋਲ ਡਾਟਾ ਆ। 13-14 'ਚ ਫਿਰ ਡਿਮਾਂਡ ਵੱਧ ਗਈ, 284 ਕਰੋੜ ਦੀ ਹੋ ਗਈ 170 ਤੋਂ, ਔਰ ਬੱਚੇ ਵੀ ਹੋ ਗਏ 2,16,000। ਅਗਲੇ 'ਚ ਵੀ ਵੱਧ ਗਏ 480 ਕਰੋੜ ਦੀ ਉਹਦੀ ਡਿਮਾਂਡ ਹੋ ਗਈ ਔਰ ਬੱਚੇ ਹੋ ਗਏ 2,86,000। ਅੱਗੇ ਫਿਰ ਵੱਧ ਗਈ, ਫਿਰ ਆ ਗਏ 661 ਕਰੋੜ ਦੀ ਆ ਗਈ ਡਿਮਾਂਡ ਔਰ ਬੱਚੇ ਹੋ ਗਏ 3,05,000। ਇਹ ਹੋ ਗਏ 2015-16 'ਚ। ਹੁਣ ਆ ਗਈ ਲਾਸਟ ਈਅਰ ਸੀ ਜਿਹੜਾ 17 'ਚ ਫਿਰ ਦੁਬਾਰਾ ਰਿਵਿਊ ਹੋਣਾ ਸੀ, ਉਹਦੇ 'ਚ ਆ ਗਿਆ 60 ਕਰੋੜ ਦੀ ਇਹਨਾਂ ਦੀ ਲਾਇਬਿਲਟੀ ਸੀ। ਇਹਨਾਂ ਦੀ ਡਿਮਾਂਡ ਕਿੰਨੀ ਆ ਗਈ 780 ਕਰੋੜ ਰੁਪਇਆ। 700 ਬੱਚੇ ਕਿੰਨੇ ਆ ਗਏ 3,10,000। ਠੀਕ ਹੈ, ਹੁਣ ਅਗਲੀ ਜਿਹੜੀ ਸੀ ਅਗਲੇ 5 ਸਾਲ ਬਾਅਦ ਜਿਹੜੀ ਸੀ ਉਹ 780 ਕਰੋੜ ਤੋਂ ਜੋ ਪਹਿਲਾਂ ਸਕੀਮ ਚੱਲਦੀ ਸੀ ਉਹਦੇ ਉੱਪਰਲੇ ਪੈਸੇ ਕੇਂਦਰ ਸਰਕਾਰ ਨੇ ਦੇਣੇ ਸੀ। ਹੁਣ ਇਹ ਜਾਂ ਤਾਂ ਇਹ ਅੱਗੇ ਬੱਚੇ ਹੋਰ ਵਧਾਉਂਦੇ, ਪਰ 780 ਕਰੋੜ ਰੁਪਏ ਤੱਕ ਇਹਨਾਂ ਨੂੰ ਦੇਣਾ ਪੈਣਾ ਸੀ। ਇਹਨਾਂ ਨੇ ਉਹ ਬੱਚਿਆਂ ਦੇ ਨਾਲ ਵਿਤਕਰਾ ਕਰਨਾ ਸ਼ੁਰੂ ਕਰਤਾ ਤੇ ਐਡਮਿਸ਼ਨਾਂ ਦੇਣੀਆਂ ਮੰਨ ਲਓ ਕਾਲਜਾਂ ਨਾਲ ਬੰਦ ਕਰ ਲਈਆਂ ਔਰ ਉਹਦੇ 'ਚ ਅਗਲੇ ਸਾਲ ਹੀ ਨੈਕਸਟ ਸਾਲ 'ਚ ਹੀ 2,74,000 ਬੱਚੇ ਰਹਿ ਗਏ। ਡਿਮਾਂਡ ਵੀ ਘਟ ਗਈ 600 ਮੰਨ ਲਓ 598 ਰਹਿ ਗਈ ਔਰ ਉਦੋਂ ਅਗਲੇ ਹੋਰ ਡਿਮਾਂਡ ਘਟ ਗਈ। ਔਰ ਅੱਜ ਜਿਹੜੀ ਪੋਜੀਸ਼ਨ ਇਹ ਆ, ਉਦੋਂ ਬਾਅਦ ਜਿਹੜੀ 2021 'ਚ ਸਕੀਮ ਬਣੀ ਆ ਉਹਦੇ 'ਚ ਸਾਰਿਆਂ ਨੇ ਰੌਲਾ ਮੰਨ ਲਓ ਇਹਦੇ 'ਚ ਰੌਲਾ ਪਾਇਆ ਕਿ ਲਾਇਬਿਲਟੀ ਤਾਂ ਬਹੁਤ ਵੱਡੀ ਹੋ ਗਈ, ਇਹ ਦੇਣਾ ਔਖਾ ਆ। ਤੇ ਕੇਂਦਰ ਸਰਕਾਰ ਨੇ ਉਹਨਾਂ ਸਾਰਿਆਂ ਨਾਲ ਸਲਾਹ ਕੇ ਸੂਬਿਆਂ ਨਾਲ ਇਹ ਸਲਾਹ ਬਣਾਈ ਕਿ ਹੁਣ ਜਿਹੜੀ 2021 ਤੋਂ ਨਵੀਂ ਸਕੀਮ ਸ਼ੁਰੂ ਕਰਾਂਗੇ ਜਿਹਦੇ 'ਚ ਅਸੀਂ ਹਰ 5 ਸਾਲ ਬਾਅਦ ਰਿਵਿਊ ਕਰਨ ਦੀ ਲੋੜ ਨਹੀਂ ਆ। 40% ਸੂਬੇ ਪਾਉਣਗੇ, 60% ਕੇਂਦਰ ਪਾਏਗਾ। ਉਹ ਕਦੋਂ ਤੋਂ ਸ਼ੁਰੂ ਹੋਈ 2021 ਤੋਂ। 2021 ਤੋਂ ਜਿਹੜਾ ਪੈਸਾ ਜਿਹੜਾ ਆ ਉਹ 40% ਜਿਹੜਾ ਸੂਬਾ ਦੇ ਰਿਹਾ, 60% ਜਿਹੜਾ ਕੇਂਦਰ ਦੇ ਰਿਹਾ। ਪਰ ਜਿਹੜਾ 17-18, 18-19, 19-20 ਇਹਦਾ ਪੈਸਾ ਜਿਹੜਾ ਸੀ, ਕਿਉਂਕਿ ਨਵੀਂ ਸਕੀਮ ਬਣਨੀ ਉਦੋਂ ਪਹਿਲਾਂ ਤਾਂ ਪੁਰਾਣੀ ਸਕੀਮ ਚੱਲਦੀ ਸੀ, ਉਹ ਪੈਸਾ ਸੂਬਾ ਸਰਕਾਰ ਨੇ ਦੇਣਾ ਸੀ। ਔਰ ਇਹ ਦੇਖੋ ਕਿ ਵੀ 19-20 ਦੇ ਵਿੱਚ ਤਾਂ ਸੂਬਾ ਸਰਕਾਰ ਨੇ ਕੋਈ ਪੈਸੇ ਦੀ ਡਿਮਾਂਡ ਹੀ ਨਹੀਂ ਕੀਤੀ। ਪਹਿਲਾਂ ਤਾਂ ਦੱਸਿਆ ਔਰ ਇਹ ਦੱਸਦਾ ਵੀ ਲਾਇਬਿਲਟੀ ਦੇ ਅੰਦਰ ਆਉਂਦਾ, ਇਸ ਕਰਕੇ ਕੇਂਦਰ ਦਾ ਹਿੱਸਾ ਕੋਈ ਨਹੀਂ ਸੀ ਬਣਦਾ। ਔਰ 20 ਦੇ ਵਿੱਚ ਤਾਂ ਇਹਨਾਂ ਨੇ ਡਿਮਾਂਡ ਹੀ ਕੋਈ ਨਹੀਂ ਕੀਤੀ। ਜਿਹੜੀ ਤੁਸੀਂ ਨਵੀਂ ਸਕੀਮ ਦੀ ਗੱਲ ਕਰ ਰਹੇ ਹੋ, ਹੁਣ ਜਿਹੜੀ ਮੈਂ ਅਗਲੀ ਗੱਲ ਕੀ ਕਰਨਾ, ਸਕੀਮ ਦੇ ਤਹਿਤ ਪੈਸਾ ਬਰਾਬਰ ਦਾ ਦਿੱਤਾ ਹੁਣ 60 ਹੁਣ ਕੋਈ ਦਿੱਕਤ ਨਹੀਂ। ਹੁਣ ਮੈਂ ਦੱਸਦਾ ਕੀ ਹੈ। ਪਹਿਲਾਂ ਤਾਂ ਇਹ ਆ ਕਿ ਜਿਹੜਾ 1 ਲੱਖ ਜਿਹੜੀ ਅੱਜ ਤੱਕ ਬੱਚੇ ਹਰ ਸਾਲ ਤੁਸੀਂ ਦੇਖਦੇ ਆ ਰਹੇ, ਮੈਂ ਦੱਸ ਰਿਹਾ ਸੀ ਬੱਚੇ ਵੱਧਦੇ 5 ਸਾਲਾਂ ਦੇ ਵਿੱਚ ਜਿਹੜਾ 60 ਕਰੋੜ ਤੋਂ 780 ਕਰੋੜ ਤੇ ਆ ਗਿਆ। ਔਰ ਜਿਹੜਾ ਸੀਗਾ ਲੱਖ ਬੱਚੇ ਤੋਂ ਅੱਜ 17 ਤੱਕ 4,10,000 3,10,000 ਹੁਣ ਉਸੇ ਰੇਸ਼ੋ ਨਾਲ ਵੱਧਦਾ ਜਾਂਦਾ ਤੇ ਹੁਣ ਤਾਂ 6 ਲੱਖ ਬੱਚਾ ਹੋਣਾ ਸੀ, 5 ਲੱਖ ਹੋਣਾ ਸੀ। ਪਰ ਅੱਜ ਦੀ ਡਿਮਾਂਡ 'ਚ 21-22 ਦੀ ਡਿਮਾਂਡ ਕੀ ਆ
1,54,000 ਬੱਚੇ। ਪਬਲਿਕ ਦੀ ਜਨਰੇਸ਼ਨ ਵੱਧ ਰਹੀ ਹੈ, ਹਾਂਜੀ, ਪੈਦਾਵਾਰ ਮੰਨ ਲਓ ਜਨਸੰਖਿਆ ਦੀ ਗਿਣਤੀ ਵੱਧ ਰਹੀ ਹੈ, ਸਟੂਡੈਂਟ ਦੀ ਗਿਣਤੀ ਘਟ ਰਹੀ ਹੈ। ਕਾਰਨ ਹੁਣ ਕੀ ਹੁੰਦਾ, ਜਿਹੜੀ ਸਮੱਸਿਆ ਮੋਰੇ ਕੀ ਆਈ ਹੈ, ਮੈਂ ਦੱਸਦਾ ਕਿ ਨਾ ਵਿਦਿਆਰਥੀਆਂ ਦੀ ਉਹਦੇ ਵਿੱਚ ਮੈਂ ਦੱਸਦਾ ਕੀ ਹੈ। ਕਿਉਂਕਿ ਵਜ੍ਹਾ ਇਹ ਹੈ ਕਿ ਕੇਂਦਰ ਸਰਕਾਰ ਨੇ ਕਿਹਾ ਕਿ ਜਿੰਨੀ ਵੀ ਤੁਹਾਡੇ 40% ਜਮ੍ਹਾਂ ਕਰਾ ਦਿਓਗੇ ਅਸੀਂ ਉਸ ਰੇਸ਼ੋ ਨਾਲ ਤੁਹਾਨੂੰ 60% ਦੇ ਦਿਆਂਗੇ। ਹੁਣ ਹੁੰਦਾ ਕਿ ਜਦੋਂ ਥੋੜੀ ਜਿਹੀ ਪੈਸਾ ਦੇਖਦੇ ਵੀ ਇੰਨੀ ਕੁ ਡਿਮਾਂਡ ਹੋ ਗਈ, ਇਹ ਪੋਰਟਲ ਬੰਦ ਕਰ ਦਿੰਦੇ, ਕਦੀ ਖਰਾਬ ਕਰ ਦਿੰਦੇ, ਕਦੀ ਬੰਦ ਕਰ। 2-3 ਵਾਰੀ ਤਾਂ ਮੇਰੀ ਵਿੱਚ ਇੰਟਰਫੇਰੈਂਸ ਹੋਈ ਹੈ ਕਿ ਵੀ ਪੋਰਟਲ ਕਿਉਂ ਬੰਦ ਕੀਤਾ ਹੈ। ਨਹੀਂ ਜੀ ਉਹ ਇੱਦਾਂ ਹੈ, ਤੇ ਮੈਂ ਕੇਂਦਰ ਨੂੰ ਵੀ ਬੁਲਾਇਆ ਕਿ ਵੀ ਪੋਰਟਲ ਕਿਉਂ, ਕਹਿੰਦਾ ਜੀ ਸਾਡੇ ਵੱਲੋਂ, ਕੇਂਦਰ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਰੋਕ ਨਹੀਂ ਹੈ ਜੀ, ਕਿਉਂਕਿ ਜਦੋਂ ਐਡਮਿਸ਼ਨ ਹੀ ਰੋਕ ਦਿੰਦੇ ਪੋਰਟਲ ਬੰਦ ਕਰਤਾ, ਕਦੀ ਉਹ ਕਰਤਾ। ਕੋਸ਼ਿਸ਼ ਕਰਾਂਗੇ ਬਾਅਦ ਹੋਰ ਵੀ ਬਹੁਤ ਸਾਰੇ ਸਵਾਲਾਤ ਨੇ, ਇਹ ਥੋੜੇ ਸ਼ਬਦਾਂ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਕਿ ਫਿਲਹਾਲ ਦੀ ਸਿਚੁਏਸ਼ਨ ਕੀ ਹੈ, ਕਿੰਨੇ ਵਿਦਿਆਰਥੀ ਐਸਸੀ ਸਕਾਲਰਸ਼ਿਪ ਤੋਂ ਵਾਂਝੇ ਨੇ, ਕਿੰਨੀ ਗ੍ਰਾਂਟ ਜਿਹੜੀ ਉਹ ਪੈਂਡਿੰਗ ਹੈ, ਜਿਹੜੀ ਕਿ ਉਹਨਾਂ ਬੱਚਿਆਂ ਤੱਕ, ਵਿਦਿਆਰਥੀਆਂ ਤੱਕ ਨਹੀਂ ਪਹੁੰਚ ਸਕੀ। ਜਿਹੜਾ ਅੱਜ ਦੀ ਡੇਟ ਦੇ ਵਿੱਚ ਤਾਂ ਜਿਹੜੇ ਪਹਿਲੀ ਗੱਲ ਤਾਂ ਬੱਚੇ ਜਿਹੜੇ ਬਹੁਤ ਡ੍ਰੌਪ ਹੋ ਗਏ, ਇਹ ਮੁੱਖ ਮੁੱਦਾ ਤਾਂ ਇਹ ਹੈ। ਸਾਡਾ ਕੰਮ ਜਿਹੜਾ ਆ ਉਸ ਸਕੀਮ ਨੂੰ ਅੱਗੇ ਨਾ ਜਾਣ ਕਰਕੇ ਬੱਚੇ ਬਹੁਤ ਡ੍ਰੌਪ ਹੋ ਗਏ। ਜਿਹੜੇ ਅੱਜ 5 ਲੱਖ ਤੱਕ ਪਹੁੰਚਣੇ ਚਾਹੀਦੇ ਸੀ ਉਹ ਅੱਜ 3 ਤੋਂ ਵੀ 1.5 ਤੇ ਪਹੁੰਚ ਗਏ। ਇਹ ਇੱਕ ਬਹੁਤ ਵੱਡਾ ਨੁਕਸਾਨ। ਦੂਸਰਾ, ਇਹਦੇ ਜਿਹੜੀ ਅਸੀਂ ਗਵਰਨਰ ਸਾਹਿਬ ਕੋਲ ਵੀ ਮੰਗ ਕੀਤੀ ਆ ਕਿ ਇਹਦੇ 'ਚ ਜਿਹੜਾ ਆ ਪੈਸਾ ਜਿਹੜਾ ਕਾਲਜਾਂ ਦਾ, ਕਾਲਜ ਕਹਿ ਰਹੇ ਕਿ ਸਾਡਾ 1600-1700 ਕਰੋੜ ਰੁਪਈਆ ਸਾਡਾ ਪੰਜਾਬ ਸਰਕਾਰ ਤੇ ਪਿਆ ਹੈ ਬਕਾਇਆ, ਉਹਨੂੰ ਪੰਜਾਬ ਸਰਕਾਰ ਨੇ ਦੇਣਾ ਕਿੱਦਾਂ ਆ, ਇਹ ਸਾਨੂੰ ਕਲੀਅਰ ਕਰਾ ਕੇ ਦਿਓ। ਕਿਉਂਕਿ ਜਿੰਨਾ ਚਿਰ ਕਾਲਜਾਂ ਨੂੰ ਪੈਸਾ ਨਹੀਂ ਮਿਲੇਗਾ ਇਹ ਬੱਚੇ ਹੋਰ ਘਟਦੇ ਅਗਲੇ ਸਾਲ ਨੂੰ ਪਤਾ ਨਹੀਂ 60 ਹੀ ਰਹਿ ਜਾਣ ਜਾਂ 1 ਲੱਖ ਰਹਿ ਜਾਏ, ਯਾਨੀ ਇਹ ਹੋਰ ਨੁਕਸਾਨ ਹੋਏਗਾ। ਸੋ ਇਹਦੇ ਲਈ ਪਹਿਲਾਂ ਸਾਨੂੰ ਉਸ ਨਫ਼ਰਤ ਦਾ ਜਿਹੜਾ ਪਾੜੇ ਦੇ ਵਿੱਚ ਪਿਸਿਆ ਕੌਣ ਆ, ਪੈਸਾ ਕੇਂਦਰ ਸਰਕਾਰ ਨੇ, ਸੂਬਾ ਸਰਕਾਰ ਨੇ ਦੇਣਾ, ਕਾਲਜਾਂ ਨੇ ਲੈਣਾ, ਪਰ ਨੁਕਸਾਨ ਕਿਹਦਾ ਹੈ, ਉਹ ਐਸੀ ਬੱਚੇ ਦਾ ਹੈ ਔਰ ਉਹ ਪਿਸ ਰਿਹਾ ਵਿੱਚ। ਇਸ ਕਰਕੇ ਸਾਨੂੰ ਉਹ ਸਰਕਾਰ ਪੈਸਾ ਕਿੱਦਾਂ ਦੇਣਾ ਇਹ ਉਹ ਤੈਅ ਕਰੇ, ਉਹ ਕਿੱਦਾਂ ਤੈਅ ਕਰਨਾ ਉਹ ਕਰੇ। ਪਰ ਇਹ ਜਿਹੜਾ ਕਾਰਨ ਕਿ ਕਾਲਜ ਕਹਿਣ ਕੇ ਸਾਨੂੰ ਪੈਸਾ ਦੋਗੇ ਤਾਂ ਹੀ ਦੇਣਾ, ਇਹਦਾ ਸਾਨੂੰ ਪਹਿਲਾਂ ਜਵਾਬ ਸਾਨੂੰ ਪੰਜਾਬ ਸਰਕਾਰ ਦੇਵੇ ਕਿ ਕੀ ਕਰਨਾ ਹੈ ਤਾਂ ਕਿ ਬੱਚਿਆਂ ਦਾ ਨੁਕਸਾਨ। ਦੂਸਰਾ ਸਵਾਲ ਜਿਹੜਾ ਸੀ ਉਹ ਇਹਦੇ 'ਚ ਇਹ ਸੀ ਕਿ ਜਿਹੜਾ ਬਹੁਤ ਵੱਡਾ ਘੁਟਾਲਾ ਹੋਇਆ ਔਰ ਉਹਦੀ ਜਾਂਚ ਦੇ ਉੱਤੇ ਸਾਨੂੰ ਹਾਲੇ ਤੱਕ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ। ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਕਿ ਦੋਸ਼ੀਆਂ 'ਤੇ ਕੀ ਕਾਰਵਾਈ ਕੀਤੀ। ਨਹੀਂ, ਪਰ ਪਿਛਲੀ ਕੈਪਟਨ ਸਰਕਾਰ ਵੇਲੇ ਤੋਂ ਕਲੀਨ ਚਿੱਟ ਤੱਕ ਦੇ ਦਿੱਤੀ ਗਈ। ਮੈਂ ਉਹੀ ਕਹਿ ਰਿਹਾ, ਉਹੀ ਉਦੋਂ ਵੀ ਮੈਂ ਪੁੱਛਿਆ ਸੀ ਕਿ ਕਲੀਨ ਚਿੱਟ ਕਿੱਦਾਂ ਦੇ ਦਿੱਤੀ, ਤੇ ਸਾਨੂੰ ਜਿਹੜੇ ਉਸ ਵੇਲੇ ਦੇ ਜਿਹੜੇ ਸੈਕਟਰੀ, ਗੱਲ ਤਾਂ ਸੁਣ ਲਓ, ਮੈਂ ਬਿਲਕੁਲ ਮੰਨ ਰਿਹਾ। ਕਿਉਂ ਕਿ ਉਹਨਾਂ ਨੇ ਹਾਲੇ ਤੱਕ ਸੈਕਟਰੀ ਨੇ ਸਾਨੂੰ ਇਹ ਜਵਾਬ ਦਿੱਤਾ ਸੀ ਕਿ ਘੁਟਾਲਾ ਜਿਹੜਾ ਆ ਉਹਦੀ ਜਾਂਚ ਚੱਲ ਰਹੀ ਹੈ। ਅਸੀਂ ਤਾਂ ਇਹ ਵੀ ਪੁੱਛਿਆ ਵੀ ਜਦੋਂ ਜਾਂਚ ਚੱਲ ਰਹੀ ਤਾਂ ਫਿਰ ਸਫਾਈ ਕਿੱਦਾਂ ਦੇ ਦਿੱਤੀ, ਚਲੀ ਕਲੀਨ ਚਿੱਟ ਕਿੱਦਾਂ ਦੇ ਦਿੱਤੀ। ਪਰ ਉਸ ਤੋਂ ਬਾਅਦ ਮੈਂ ਪਹਿਲਾਂ ਮੈਂ ਉਹਨੂੰ ਥੋੜ੍ਹਾ ਜਿਹਾ ਵਿਸਤਾਰ 'ਚ ਦੱਸ ਦਿਆਂਗਾ, ਤੁਹਾਨੂੰ ਕਲੀਅਰ ਹੋ ਜਾਏਗਾ। ਠੀਕ ਹੈ। ਹੁਣ ਜਿਹੜੀ ਪਿਛਲੀ ਸਰਕਾਰ ਵੇਲੇ ਜਦੋਂ ਇਹ ਘੁਟਾਲਾ ਹੋਇਆ ਸੀ, ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਸਰਕਾਰ ਹੈ ਉਹਦੇ ਨੁਮਾਇੰਦਿਆਂ ਨੇ ਉਹਨਾਂ ਦੇ ਘਰ ਮੂਹਰੇ ਵੀ ਧਰਨਾ ਲਾਇਆ ਸੀ। ਈਵਨ ਦੈਨ ਜਿਹੜੇ ਅੱਜ ਦੇ ਵਿੱਤ ਮੰਤਰੀ ਨੇ ਉਹਨਾਂ ਨੇ ਜਿਹੜੇ ਸਾਡੇ ਕਮਿਸ਼ਨ ਨੂੰ ਚਿੱਠੀ ਲਿਖੀ ਹੈ, ਕੌਮੀ ਕਮਿਸ਼ਨ ਨੂੰ, ਕਿ ਵੀ ਜਿਹੜਾ ਇੱਥੇ ਐਡਾ ਵੱਡਾ ਘੁਟਾਲਾ ਹੋਇਆ ਉਹਦੇ 'ਚ ਬਹੁਤ ਵੱਡਾ ਘੁਟਾਲਾ ਜਿਹੜਾ ਸਾਡੇ ਵਿੱਤ ਮੰਤਰੀ ਔਰ ਜਿਹੜੇ ਉਸ ਵੇਲੇ ਦੇ ਸੋਸ਼ਲ ਜਸਟਿਸ ਔਰ ਮਾਈਨੋਰਿਟੀ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਸੀਗੇ, ਇਹਨਾਂ ਦੇ ਉੱਤੇ ਬਹੁਤ ਵੱਡਾ ਘੁਟਾਲਾ ਕੀਤਾ ਤੇ ਇਹਨਾਂ ਦੇ ਉੱਤੇ ਸਖਤੀ ਨਾਲ ਕਾਰਵਾਈ ਕਰਕੇ ਇਹਨਾਂ ਦੇ ਪੈਸਾ ਜਿਹੜਾ ਹੜਪਿਆ ਉਹਦੀ ਕਾਰਵਾਈ ਕੀਤੀ ਜਾਵੇ ਔਰ ਜਿਹੜਾ ਅੱਗੇ ਕਾਰਵਾਈ ਕੀਤੀ। ਪਰ ਜੇ ਅੱਜ ਉਸ ਵੇਲੇ ਤੋਂ ਬੜੀ ਸਖਤੀ ਨਾਲ ਕਰ ਰਹੇ ਸੀ, ਅਸੀਂ ਤਾਂ ਸਰਕਾਰ ਨੂੰ ਪੁੱਛ ਰਹੇ ਕਿ ਕੀ ਕਾਰਵਾਈ ਕੀਤੀ, ਪਰ ਅੱਜ ਤਾਂ ਉਹੀ ਵਿੱਤ ਮੰਤਰੀ ਨੇ, ਉਸ ਵੇਲੇ ਵੀ ਵਿੱਤ ਮੰਤਰੀ ਤੇ ਸੀ ਸਵਾਲ, ਅੱਜ ਵਿੱਤ ਮੰਤਰੀ ਖੁਦ ਆਪ ਨੇ। ਅੱਜ ਕਿਉਂ ਨਹੀਂ ਉਹਨਾਂ ਦੇ ਉਸ ਮੁੱਦੇ ਦੇ ਉੱਤੇ, ਫਿਰ ਉਸ ਵੇਲੇ ਤਾਂ ਉਹਨਾਂ ਦੇ ਘਰ ਦੇ ਮੂਹਰੇ ਧਰਨੇ 'ਤੇ ਬੈਠੇ ਸੀ, ਅੱਜ ਤਾਂ ਤੁਹਾਡੇ ਮੂੰਹ ਧਿਆਨ 'ਚ ਹੋਣਾ ਚਾਹੀਦਾ। ਫਿਰ ਉਹ ਤਾਂ ਜਨਰਲ ਕੈਟਾਗਰੀ ਦੇ, ਅੱਜ ਤਾਂ ਤੁਸੀਂ ਆਪ ਸਿੱਧੇ ਰਿਜ਼ਰਵ ਕੰਸਟੀਚੁਐਂਸੀ ਤੋਂ ਆਂਡੇ, ਤੁਹਾਨੂੰ ਤੇ ਤੁਸੀਂ ਹੁਣ ਮੰਗ ਰੱਖੀ ਤੁਹਾਡੇ ਤਾਂ ਵਿੱਤ ਮੰਤਰੀ ਦੇ ਕੋਲ ਬਾਹਰ ਅਸੀਂ ਤਾਂ ਅਸੀਂ ਵਿੱਤ ਮੰਤਰੀ ਨੂੰ ਨਹੀਂ ਕਹਿੰਦੇ, ਅਸੀਂ ਪੰਜਾਬ ਸਰਕਾਰ ਤੋਂ ਜਵਾਬ ਮੰਗਣਾ ਹੁੰਦਾ, ਉਹਦੇ ਅਧਿਕਾਰੀਆਂ ਨੂੰ ਭੇਜਣਾ ਹੁੰਦਾ, ਜਿਹਨੂੰ ਮਰਜ਼ੀ। ਉਹ ਅਧਿਕਾਰੀ ਕੋਈ ਜਵਾਬ ਦਿੰਦੇ ਹੀ ਨਹੀਂ। ਅਸੀਂ ਬਾਰ-ਬਾਰ ਅਧਿਕਾਰੀਆਂ ਨੂੰ ਕਿਹਾ, ਚੀਫ ਸੈਕਟਰੀ ਨੂੰ ਬੁਲਾਇਆ, ਅਸੀਂ ਹੋਮ ਸੈਕਟਰੀ ਨੂੰ ਬੁਲਾਇਆ, ਕਿਉਂਕਿ ਇਸ ਦੇ ਉੱਤੇ ਜਵਾਬ ਜਿਹੜਾ ਚੀਫ ਸੈਕਟਰੀ ਨੇ ਦੇਣਾ। ਹੁਣ ਉਹ ਆਉਂਦੇ ਨੇ ਦੂਸਰੇ ਅਧਿਕਾਰੀਆਂ ਨੂੰ ਭੇਜ ਦਿੰਦੇ ਆ, ਉਹ ਕਹਿੰਦੇ ਕਿ ਸਾਡੇ ਵੱਸ ਦਾ ਕੰਮ ਨਹੀਂ। ਅੱਜ ਅਸੀਂ ਇਹੀ ਗਵਰਨਰ ਸਾਹਿਬ ਨੂੰ ਕਹਿਣ ਲਈ ਆਏ ਸੀ ਕਿ ਇਹ ਜਿਹੜੀ ਪੰਜਾਬ ਸਰਕਾਰ ਜਿਹੜੀ ਆ ਉਹ ਕਿਤੇ ਸਾਨੂੰ ਇਹਦੇ ਵਾਸਤੇ ਸੀਰੀਅਸ ਨਹੀਂ ਹੈਗੀ। ਕੱਲ੍ਹ ਤੱਕ ਜਿਹੜੇ ਉਹ ਧਰਨੇ ਲਾ ਰਹੇ ਸੀ, ਕੱਲ੍ਹ ਤੱਕ ਉਹ ਸਾਡੇ ਕੋਲੋਂ ਹੀ ਮੰਗ ਕਰ ਰਹੇ ਸੀ ਇਹਨਾਂ 'ਤੇ ਕਾਰਵਾਈ ਕਰੋ। ਅੱਜ ਤਾਂ ਉਹ ਸਿੱਧੀ ਕਾਰਵਾਈ ਕਰ ਸਕਦੇ ਆ,
ਪਰ ਹੁਣ ਉਹ ਉਸੇ ਤਰ੍ਹਾਂ ਦੀ ਨੀਅਤ ਦੀ ਜਿਹੜੀ ਡਿਮਾਂਡ ਕਰਦੇ ਸੀ, ਉਹ ਅੱਜ ਨੀਅਤ ਉਹਨਾਂ ਨੂੰ ਆਪਣੇ ਤੌਰ ਤੇ ਕਿਉਂ ਨਹੀਂ ਦਿਖਾ ਰਹੇ, ਇਹ ਅਸੀਂ ਗਵਰਨਰ ਸਾਹਿਬ ਨੂੰ ਰਿਪੋਰਟ। ਠੀਕ ਹੈ ਸਰ, ਹੁਣ ਅੱਗੇ ਵਧਦੇ ਹਾਂ। ਇੱਕ ਅਹਿਮ ਮੁੱਦਾ ਜਿਹੜਾ ਤੁਹਾਡੇ ਵੱਲੋਂ ਵੀ ਰਾਜਪਾਲ ਜੀ ਕੋਲ ਚੁੱਕਿਆ ਗਿਆ, ਲਾ ਅਫਸਰਾਂ ਦੀ ਨਿਯੁਕਤੀ ਨੂੰ ਲੈ ਕੇ। ਆਖਿਰਕਾਰ ਉਹ ਮਸਲਾ ਕੀ ਹੈ? ਰੈਜ਼ਰਵੇਸ਼ਨ ਨੂੰ ਲੈ ਕੇ ਜਿਹੜੀ ਮੰਗ ਕੀਤੀ ਗਈ ਸਰਕਾਰ ਦੇ ਵੱਲੋਂ, ਹਾਲਾਂਕਿ ਹਾਈ ਕੋਰਟ ਦਾ ਰੁਖ ਵੀ ਕੀਤਾ ਗਿਆ, ਬਾਅਦ ਚ ਪਟੀਸ਼ਨ ਵਾਪਸ ਵੀ ਲੈ ਲਈ ਜਾਂਦੀ ਹੈ। ਕੀ ਤੁਹਾਡੇ ਵੱਲੋਂ ਕਿਸ ਚੀਜ਼ ਤੇ ਇਤਰਾਜ਼ ਹੈ? ਤੁਹਾਡੇ ਵੱਲੋਂ ਮੰਗ ਕੀ ਸੀ ਕਮਿਸ਼ਨ ਦੇ ਵੱਲੋਂ, ਤੇ ਫਿਲਹਾਲ ਕੀ ਸਿਚੁਏਸ਼ਨ ਹੈ ਪੂਰੇ ਮਾਮਲੇ 'ਚ? ਇਹ ਪਿਛਲੇ ਸਾਲ 2021 ਦੇ ਵਿੱਚ ਸਾਡੇ ਕੋਲ ਕੇਸ ਆਇਆ ਸੀ ਜੀ, ਔਰ ਉਹਦੇ 'ਚ ਕੇਸ ਇਹ ਸੀਗਾ ਕਿ ਬਈ ਸਾਨੂੰ ਜਿਹੜੀ ਹੈ ਰਿਜ਼ਰਵੇਸ਼ਨ ਇਹਦੇ 'ਚ ਨਹੀਂ ਦਿੱਤੀ ਜਾ ਰਹੀ, ਜਦ ਕਿ ਵਕੀਲਾਂ ਨੂੰ ਜਦੋਂ ਅਸੀਂ ਰੱਖਦੇ ਹਾਂ ਏਜੀ ਆਫਿਸ ਦੇ ਵਿੱਚ ਤੇ ਲਾ ਆਫਿਸਰ ਰੱਖਦੇ ਹਾਂ ਤਾਂ ਉਹਦੇ 'ਚ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ। ਪੰਜਾਬ ਸਰਕਾਰ ਨੇ ਪਹਿਲਾਂ ਤਾਂ ਜਾਣੀ ਨਾ ਨੁੱਕਰਜੀ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਘੁਮਾਉਣ ਦੀ ਕੀਤੀ, ਪਰ ਜਦੋਂ ਬਾਰ-ਬਾਰ ਕਮਿਸ਼ਨ ਨੇ ਕਿਹਾ ਕਿ ਤੁਹਾਡਾ 2006 ਦਾ ਐਕਟ ਕਹਿੰਦਾ ਆ ਕਿ ਇਹ ਜਿਹੜੇ ਤੁਸੀਂ ਜਿਹੜੇ ਭਾਵੇਂ ਉਹ ਕੰਟਰੈਕਟ ਬੇਸਿਸ ਤੇ ਲੈਣੇ ਆ, ਚਾਹੇ ਸ਼ਾਰਟ ਟਰਮ ਰੱਖਣੇ ਆ, ਚਾਹੇ ਐਡਹੌਕ ਬੇਸਿਸ ਤੇ, ਈਵਨ ਦੈਨ ਉਹਨਾਂ ਨੇ ਕਿਹਾ ਕਿ ਤੁਸੀਂ ਭਾਵੇਂ ਡੇਲੀ ਬੇਸਿਸ ਤੇ ਰੱਖਣੇ ਆ, ਉਹਦੇ 'ਚ ਵੀ ਰਿਜ਼ਰਵੇਸ਼ਨ ਲਾਗੂ ਹੋਏਗੀ। ਇਹ 2006 ਦਾ ਐਕਟ ਆ, ਠੀਕ ਹੈ, ਔਰ ਉਹਦੇ ਮੁਤਾਬਕ ਤੁਹਾਨੂੰ ਇਹ ਰੱਖਣਾ ਪੈਣਾ। ਔਰ ਬਾਅਦ ਦੇ ਵਿੱਚ ਪੰਜਾਬ ਸਰਕਾਰ ਨੇ ਜਦੋਂ ਅਸੀਂ ਬਹੁਤ ਸਖਤੀ ਕੀਤੀ ਤਾਂ ਉਹਦੇ ਵਿੱਚ ਉਹਨਾਂ ਨੇ ਮੰਨਿਆ ਕਿ ਅਸੀਂ ਇਹ ਲਾਗੂ ਕਰ ਦਿਆਂਗੇ। ਔਰ ਉਦੋਂ ਬਾਅਦ ਆਣ ਕੇ 2/12/2021 ਨੂੰ ਸੋਸ਼ਲ ਜਸਟਿਸ ਐਂਡ ਮਾਈਨੋਰਿਟੀ ਜਿਹੜਾ ਵਿਭਾਗ ਦੇ ਸੈਕਟਰੀ ਨੇ, ਠੀਕ ਹੈ, ਹੋਮ ਸੈਕਟਰੀ ਨੂੰ ਚਿੱਠੀ ਲਿਖ ਦਿੱਤੀ, ਪੰਜਾਬ ਸਰਕਾਰ ਦੇ ਮੰਨ ਲਓ ਚੀਫ ਸੈਕਟਰੀ ਔਰ ਹੋਮ ਸੈਕਟਰੀ ਨੂੰ ਲਿਖਤੀ ਕਿ ਇਹ ਜਿਹੜੀ ਰਿਜ਼ਰਵੇਸ਼ਨ ਦੇਣੀ ਬਣਦੀ ਆ। ਔਰ 9/12/2021 ਨੂੰ ਹੋਮ ਸੈਕਟਰੀ ਨੇ ਪੱਤਰ ਆਰਡੀਨੈਂਸ ਜਾਰੀ ਕਰ ਦਿੱਤਾ ਕਿ ਜਿਹੜੇ ਲਾ ਆਫਿਸਰਾਂ ਦਾ ਐਕਟ ਕਹਿੰਦਾ ਹੈ ਉਹਦੀ ਧਾਰਾ ਦੇ ਫਲਾਂ ਦੇ ਅਨੁਸਾਰ, 8 ਧਾਰਾ ਕਹਿੰਦੀ ਉਹਨਾਂ ਦੀ, ਜੋ ਵੀ ਉਹਨਾਂ ਨੇ ਦੱਸਿਆ ਕਿ 8 ਦੇ ਅਨੁਸਾਰ, ਔਰ ਦੂਸਰੇ ਨੰਬਰ ਤੇ ਸੋਸ਼ਲ ਜਸਟਿਸ ਐਂਡ ਮਾਈਨੋਰਿਟੀ ਦੇ ਸੈਕਟਰੀ ਦੇ ਇਸ ਵਿਭਾਗ ਦੀ ਰਿਕਮੈਂਡੇਸ਼ਨ ਅਨੁਸਾਰ, ਔਰ ਤੀਸਰੇ ਨੰਬਰ ਤੇ ਉਹਨਾਂ ਨੇ ਲਿਆ ਕਿ ਐਕਟ ਸਾਡਾ ਇਹ ਕਹਿੰਦਾ, ਔਰ ਚੌਥੇ ਤੇ ਕਿਹਾ ਕਿ ਜੇ ਇਹ ਸਾਰੀਆਂ ਚੀਜ਼ਾਂ ਹੈ ਤਾਂ ਇਹ ਜਿਹੜਾ ਬਣਨਾ ਜਿਹੜਾ ਕਰਨਾ ਲਾਗੂ ਕਰਨਾ ਬਣਦਾ ਹੈ, ਇਸ ਕਰਕੇ ਲਾਗੂ ਕੀਤਾ ਜਾਵੇ। ਔਰ ਪੰਜਵੇਂ ਲਿਖਦੇ ਇਹ ਪੱਤਰ ਜਿਹੜਾ ਆ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਨਾਲ ਜਾਰੀ ਕੀਤਾ ਗਿਆ। ਨਹੀਂ ਹੁਣ ਲਾਗੂ ਹੋ ਗਿਆ ਉਹ ਫੈਸਲਾ? ਗੱਲ ਤਾਂ ਸੁਣ ਲਓ, ਉਹਨਾਂ ਨੇ ਤਾਂ ਕਰ, ਹੁਣ ਨਵੀਂ ਸਰਕਾਰ ਆ ਗਈ, ਕਿਉਂਕਿ ਏਜੀ ਦੀ ਭਰਤੀ ਤਾਂ ਜਦੋਂ ਨਵਾਂ ਐਲਜੀ ਬਣਨਾ, ਏਜੀ ਬਣਨਾ ਸੀ ਉਦੋਂ ਹੀ ਆਣੀ ਸੀ। ਹੁਣ ਜਦੋਂ ਪਹਿਲਾਂ ਤਾਂ ਤੁਸੀਂ ਦੇਖ ਲਿਆ ਕਿ 3 ਮਹੀਨੇ 'ਚ 3-4 ਏਜੀ ਬਦਲ ਦਿੱਤੇ, ਪਰ ਭਰਤੀ ਤਾਂ ਅੱਗੇ ਹੋਈ ਨਹੀਂ। ਪਰ ਜਦੋਂ ਹੁਣ ਨਵੀਂ ਸਰਕਾਰ ਆਈ, ਇਹਨਾਂ ਨੇ ਉਹ ਲਾਗੂ ਕਰਨ ਦੀ ਬਜਾਏ ਇਹਨਾਂ ਨੇ ਐਡ ਅਖਬਾਰ 'ਚ ਕਰਤੀ, ਜਦਕਿ ਸਰਕੂਲਰ ਜਾਰੀ ਹੋ ਚੁੱਕਾ ਹੈ, ਔਰ ਉਹ ਐਡ ਕਰ ਦਿੱਤੀ ਕਿ ਅਸੀਂ ਆ ਜਿਹੜੀ ਇੰਨੇ 178 ਜਿਹੜੇ ਆ ਲਾ ਆਫਿਸਰ ਅਸੀਂ ਰੱਖਣੇ ਆ, ਅਲੱਗ-ਅਲੱਗ ਕੈਟਾਗਰੀਜ਼ ਹੈਗੀਆਂ ਹੁੰਦੀਆਂ, ਪਰ ਨਾਲ ਉਹਦੇ 'ਚ ਰਿਜ਼ਰਵੇਸ਼ਨ ਨਹੀਂ ਦਿੱਤੀ। ਅਸੀਂ ਫਿਰ ਦੁਬਾਰਾ ਸੁਣਿਆ, ਸਭ ਤੋਂ ਜਿਹੜੀ ਮੇਰਾ ਖਿਆਲ ਹਿੰਦੁਸਤਾਨ ਦੀ ਇੱਕੋ ਹੀ ਐਗਜ਼ਾਮਪਲ ਹੋਣੀ ਆ, ਸ਼ਾਇਦ ਕੋਈ ਸੂਬਾ ਸਰਕਾਰ ਕਮਿਸ਼ਨ ਦੇ ਖਿਲਾਫ ਗਈ ਆ, ਕਮਿਸ਼ਨ ਦੇ ਖਿਲਾਫ ਨਹੀਂ ਗਈ, ਆਪਣੇ ਐਕਟ ਦੇ ਆਪਣੇ ਰੈਜੂਲੇਸ਼ਨ ਦੇ ਖਿਲਾਫ ਗਈ। ਕਿਉਂਕਿ ਅਸੀਂ ਕੀ ਕਿਹਾ, ਅਸੀਂ ਕਿਹਾ ਤੁਹਾਡਾ ਐਕਟ ਆ ਕਹਿੰਦਾ, ਅਸੀਂ ਕਿਹਾ ਤੁਹਾਡਾ ਸਰਕੂਲਰ ਆ ਕਹਿੰਦਾ, ਇਹਨੂੰ ਲਾਗੂ ਕਰੋ। ਦੋ ਸਾਡੇ ਆ ਕੇ ਹਾਈ ਕੋਰਟ 'ਚ ਪਾਰਟੀ ਬਣਾਤਾ ਉਹਨਾਂ ਨੇ ਨੈਸ਼ਨਲ ਕਮਿਸ਼ਨ ਫॉर ਸ਼ੈਡਿਊਲਡ ਕਾਸਟ ਨੂੰ। ਹੁਣ ਅਸੀਂ ਤਾਂ ਉਹਨਾਂ ਨੂੰ ਬਾਰ-ਬਾਰ ਪੁੱਛ ਰਹੇ ਹਾਂ, ਸਾਨੂੰ ਇਹ ਤਾਂ ਦੱਸ ਦਿਓ ਅਸੀਂ ਕੀ ਕਿਹਾ। ਅਸੀਂ ਤਾਂ ਤੁਹਾਨੂੰ ਤੁਹਾਡਾ ਐਕਟ ਲਾਗੂ ਕਰਨ ਨੂੰ ਕਿਹਾ, ਤੁਹਾਡਾ ਸਰਕੂਲਰ ਨੂੰ ਜਿਹੜਾ ਤੁਸੀਂ ਜਾਰੀ ਕੀਤਾ ਉਹਨੂੰ ਅਮਲੀ ਜਾਮਾ ਦਿਓ, ਅਮਲੀ ਜਾਮਾ ਪਾਓ, ਉਹਦੇ ਤੇ ਕਰੋ ਉਹਨੂੰ ਲਾਗੂ। ਹੁਣ ਉਹ ਜਦੋਂ ਲਾਗੂ ਕਰਨ ਦੀ ਬਜਾਏ ਹਾਈ ਕੋਰਟ ਚਲੇ ਗਏ, ਪਰ ਜਦੋਂ ਵੀ ਉੱਥੇ ਵੀ ਦੇਖਿਆ ਵੀ ਕਰਾਂਗੇ ਕੀ, ਗਏ ਕਿਹਦੇ ਖਿਲਾਫ ਆ, ਜਦੋਂ ਬਾਅਦ 'ਚ ਕਿਤੇ ਸਮਝ ਆਈ ਤਾਂ ਫਿਰ ਉਹ ਕੇਸ ਇਹਨਾਂ ਨੇ ਵਾਪਸ ਲੈ ਲਿਆ। ਔਰ ਪਰ ਉਹ ਵੀ ਨੀਅਤ ਵਿੱਚ ਕਿਤੇ ਐਸੀਆਂ ਦੇ ਪ੍ਰਤੀ ਉਹ ਕੋਈ ਸਾਫ਼, ਹੁਣ ਪੋਜੀਸ਼ਨ ਕੀ ਰਾਖਵਾਂ, ਉਹੀ ਮੈਂ ਕਹਿੰਦਾ ਰਾਖਵਾਂ ਕਰਨ, ਮੈਂ ਵੀ ਉਹੀ ਕੀ ਕਿਹਾ ਕਿ ਨੀਅਤ ਕਿਤੇ ਸਾਫ਼ ਨਹੀਂ। ਹੁਣ ਆਣ ਕੇ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਕਿ ਇਹ ਚਿੱਠੀ ਜਿਹੜਾ ਇਸ ਜਿਹੜੀ ਹੁਣ ਜਿਹੜੀ ਆ ਮਾਮਲਾ ਆ, ਇਹ ਮੁੱਖ ਮੰਤਰੀ ਦੇ ਸੰਗਿਆਨ 'ਚ ਦੇ ਦਿੱਤਾ ਗਿਆ ਤੇ ਉਹ ਉਹਨਾਂ ਦੇ ਕੋਲ ਪੈਂਡਿੰਗ ਆ, ਉਹ ਇੱਥੇ ਫੈਸਲਾ ਲੈਣਗੇ। ਸਾਡਾ ਤਾਂ ਇਹ ਕਹਿਣਾ ਕਿ ਜਦ ਪਹਿਲੀ ਚਿੱਠੀ ਤੇ ਲਿਖ ਦਿੱਤਾ ਗਿਆ ਕਿ ਇਹ ਮੁੱਖ ਮੰਤਰੀ ਦੀ ਪ੍ਰਵਾਨਗੀ ਦੇ ਨਾਲ ਹੋਇਆ, ਮੁੱਖ ਮੰਤਰੀ ਇੱਕ ਚੇਅਰ ਹੈ, ਵਿਅਕਤੀ ਨਹੀਂ ਹੈ। ਕੱਲ ਨੂੰ ਤੇਜਾ ਸਾਹਿਬ ਵੀ ਹੋ ਸਕਦੇ, ਕੋਈ ਹੋਰ ਵੀ ਹੋ ਸਕਦਾ, ਤੇ ਜਿਹੜਾ ਮਰਜ਼ੀ ਆਵੇ, ਜਿਹੜਾ ਮਰਜ਼ੀ ਜਾਵੇ, ਪਦ ਨੇ ਜਦੋਂ ਇੱਕ ਪੋਜੀਸ਼ਨ ਹੈ ਉਹ ਸੰਵਿਧਾਨਿਕ ਦੇ ਉਹਦੇ ਤੇ ਜਿਹੜਾ ਸਾਈਨ ਕਰ ਗਿਆ ਉਹ ਇੰਪਲੀਮੈਂਟ ਹੋਣਾ ਹੁੰਦਾ। ਹੁਣ ਇਹ ਨਹੀਂ ਹੈ ਕਿ ਵੀ ਅੱਜ ਤੁਸੀਂ ਕਰ ਗਏ ਤੇ ਕੱਲ ਨੂੰ ਨਵਾਂ ਆ ਗਏ ਤੇ ਉਹ ਕੁਝ ਹੋਰ ਹੀ ਕਹੇ। ਇਹ ਜਿਹੜੀਆਂ ਅਗਰ ਤੁਸੀਂ ਇਹਦੇ ਤੇ ਤਬਦੀਲੀ ਕਰਨੀ ਹੈ ਤਾਂ ਫਿਰ ਤੁਹਾਨੂੰ ਐਕਟ ਦੇ ਵਿੱਚ ਤਬਦੀਲੀ ਕਰਨੀ ਪਊਗੀ, ਅਮੈਂਡਮੈਂਟ ਕਰਨੀ ਪਊਗੀ। ਤੁਸੀਂ ਜਾਓ ਵਿਧਾਨ ਸਭਾ 'ਚ ਲੋਕਾਂ ਨੂੰ ਜਾ ਕੇ ਦੱਸੋ ਕਿ ਅਸੀਂ ਐਸੀਆਂ ਦੇ ਖਿਲਾਫ ਮਤਾ ਪਾਉਣ ਜਾ ਰਹੇ ਹਾਂ, ਤੇ ਅਸੀਂ ਉਹ ਜਾ ਕੇ ਦੱਸੋ ਨਾ ਲੋਕਾਂ ਨੂੰ।
ਔਰ ਇਹ ਜਦੋਂ ਨਹੀਂ ਦੱਸਦੇ ਉਹਦੇ ਕਰਕੇ ਜਿਹੜਾ ਅੱਜ ਤੱਕ ਵੀ ਹਾਲੇ ਤੱਕ ਤੁਹਾਨੂੰ ਅਜੇ ਵੀ ਕਮਿਸ਼ਨ ਅਜੇ ਉਹਨਾਂ ਨੇ ਅਸੀਂ ਨਹੀਂ ਉਹਨਾਂ ਨੇ ਕਹਿ ਦਿੱਤਾ ਕਿ ਵੀ ਹਾਲੇ ਤੱਕ 2 ਹੀਅਰਿੰਗ ਹੋ ਚੁੱਕੀਆਂ, ਯਾਨੀ ਇੱਕ ਤਾਂ ਹੁੰਦਾ ਨਾ ਵੀ ਹਫਤਾ 10 ਦਿਨ, 2 ਹੀਅਰਿੰਗ ਹੋ ਚੁੱਕੀਆਂ ਸਿਰਫ ਇਸ ਗੱਲ ਦੇ ਉੱਤੇ ਹੀ ਕਿ ਜਿਹੜਾ ਮਾਮਲਾ ਆ ਉਹ CM ਸਾਹਿਬ ਦੇ ਕੋਲ ਪੈਂਡਿੰਗ ਹੈ। ਹੁਣ ਇਹ ਕਿੰਨਾ ਚਿਰ ਪੈਂਡਿੰਗ ਚੱਲੇਗਾ ਇਹਦਾ ਕੋਈ ਜਵਾਬ ਨਹੀਂ, ਕਿਉਂਕਿ ਅਧਿਕਾਰੀਆਂ ਦੇ ਕੋਲ ਜੀ ਅਸੀਂ ਤਾਂ ਪੁੱਛ ਨਹੀਂ ਸਕਦੇ CM ਸਾਹਿਬ ਨੂੰ ਕਿੱਦਾਂ ਕਰੂੰਗੇ। ਤਾਂ ਇਹ ਜਿਹੜਾ ਤਰੀਕਾ, ਇਸ ਤੋਂ ਇਲਾਵਾ ਵੀ ਹੋਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਲਿਹਾਜ਼ ਨਾਲ, ਹਾਲਾਂਕਿ ਪਹਿਲਾਂ ਵੀ ਮੈਂ ਜਿਵੇਂ ਕਲੀਅਰ ਕੀਤਾ ਕਿ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ ਤੁਹਾਡੇ ਕੋਲ, ਤੁਸੀਂ ਸੰਵਿਧਾਨਕ ਅਹੁਦੇ ਤੇ ਬਿਰਾਜਮਾਨ ਹੋ। ਪੰਜਾਬ ਦੇ ਲਿਹਾਜ਼ ਨਾਲ ਦੇਖਿਆ ਜਾਵੇ, ਜਦੋਂ ਤੋਂ ਤੁਸੀਂ ਚੇਅਰਮੈਨ ਹੋ, ਜਿੰਨਾ ਕਿ ਹੁਣ ਤੱਕ ਤੁਹਾਡਾ ਕਾਰਜਕਾਲ ਹੋ ਗਿਆ ਹੈ, ਕਿਸ ਤਰ੍ਹਾਂ ਦੇ ਮੁੱਦੇ ਜਿਹੜੇ ਆ SC ਭਾਈਚਾਰੇ ਨਾਲ ਜੁੜੇ ਹੋਏ ਤੁਹਾਡੇ ਤੱਕ ਪਹੁੰਚੇ ਹੈ, ਜਾਂ ਕਿੰਨੇ ਕੁ ਵਾਕਿਆ ਉਹਨਾਂ ਮੁੱਦਿਆਂ ਤੇ ਸੁਣਵਾਈ ਹੋਈ ਜਾਂ ਮੁੱਦੇ ਹੱਲ ਹੋਏ ਨੇ, ਜਾਂ ਤੁਹਾਨੂੰ ਕੀ ਲੱਗਦਾ ਹੈ ਕਿ ਅਜੇ ਵੀ ਮੁੱਦੇ ਕਿਤੇ ਨਾ ਕਿਤੇ ਪੈਂਡਿੰਗ ਹੈ, ਜਾਂ ਜਿਵੇਂ ਵੀ ਹੋਰ ਵੀ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਅਕਸਰ ਕਮਿਸ਼ਨ ਦੇ ਵੱਲੋਂ ਪੰਜਾਬ ਸਰਕਾਰ ਨੂੰ, ਹੋਰਨਾਂ ਸਰਕਾਰਾਂ ਨੂੰ ਨੋਟਿਸ ਵੀ ਜਾਰੀ ਕੀਤਾ ਜਾਂਦਾ ਹੈ, ਤੇ ਵਾਕਈ ਉਸ ਪੱਧਰ ਤੇ ਕਮਿਸ਼ਨ ਦੀ ਸਰਕਾਰਾਂ ਅੱਗੇ ਸੁਣਵਾਈ ਹੁੰਦੀ ਹੈ ਜਾਂ ਉਹਨਾਂ ਮੁੱਦਿਆਂ ਦਾ ਹੱਲ ਹੁੰਦਾ ਹੈ? ਬਿਲਕੁਲ ਹੁੰਦਾ ਹੈ, ਕਿਉਂਕਿ ਪਿਛਲੀ ਸਰਕਾਰ ਨੂੰ ਤਾਂ ਅਸੀਂ ਮਜਬੂਰ ਕਰਤਾ ਸੀ ਹੱਲ ਕਰਨ ਦੇ ਲਈ, ਉਹਨਾਂ 'ਚ ਸਰਕੂਲਰ ਕਰਤਾ ਸੀ, ਪਰ ਜਿਹੜੀ ਨਵੀਂ ਆਈ ਉਹਨੇ ਨਹੀਂ ਕੀਤਾ। ਹੁਣ ਦੂਸਰਾ ਵੀ ਜਿਹੜਾ ਹੈਗਾ, ਜਿਹੜੇ ਤੁਸੀਂ ਬਾਕੀ ਅਨਪੜ੍ਹਾਂ ਦੇ ਜਾਂ ਕਹੋਗੇ ਕਿ ਇਸ ਬੰਦੇ ਨੂੰ ਸਮਝ ਨਹੀਂ, ਇਹਨੂੰ ਪਤਾ ਨਹੀਂ ਸੀ, ਇਹਨੂੰ ਭੋਲ 'ਚ ਰਗੜਤਾ ਸਰਕਾਰ ਨੇ। ਹੁਣ ਜਿਹੜੇ ਜ਼ਿਲ੍ਹੇ ਦੇ ਜੱਜ ਹੁੰਦੇ ਆ ਉਹਨਾਂ ਨੂੰ ਤਾਂ ਭੋਲ ਜਾਂ ਅਨਪੜ੍ਹ ਦੇ ਨਾ ਸਮਝ ਨਹੀਂ ਨਾ ਕਹਿ ਸਕਦੇ, ਉਹ ਦੂਸਰਿਆਂ ਦੇ ਭਵਿੱਖ ਦਾ ਫੈਸਲਾ ਕਰਦੇ ਆ ਜੀ। ਉਹਨਾਂ ਦੇ ਨਾਲ ਵੀ ਬੇਇਨਸਾਫੀ ਹੋ ਰਹੀ, ਜਿਹੜੇ ਐਸੀਆਂ ਦੇ ਉਹ ਹੈਗੇ ਨੇ, ਉਹਨਾਂ ਨੂੰ ਵੀ ਰਿਜ਼ਰਵੇਸ਼ਨ ਦਾ ਜਿਹੜਾ ਲਾਭ ਮਿਲਣਾ ਚਾਹੀਦਾ ਆ, ਉਹ ਨਹੀਂ ਆਉਣਾ। ਜਦਕਿ DOPT ਦਾ ਸੁਪਰੀਮ ਕੋਰਟ ਨੇ ਵੀ ਹੁਣ ਤੱਕ ਕਲੀਅਰ ਕਰਤਾ ਜਰਨੈਲ ਸਿੰਘ ਦੇ ਮਾਮਲੇ 'ਚ, ਔਰ DOPT ਨੇ ਤਾਂ ਉਹਦੇ ਤੇ ਆਰਡੀਨੈਂਸ ਵੀ ਮੰਨ ਲਓ ਉਹਨਾਂ ਨੇ ਸਰਕੂਲਰ ਜਾਰੀ ਕਰਤਾ ਕਿ ਵੀ ਇਹ ਜਿਹੜੇ ਹੁਣ ਜਿਹੜੀ ਆ ਰਿਜ਼ਰਵੇਸ਼ਨ ਜਿਹੜੀ ਦਿੱਤੀ ਜਾਣੀ ਬਣਦੀ ਹੈ ਦੇ ਹੋ ਜਾਏ, ਉਹ ਵੀ ਇੱਥੇ ਲਾਗੂ ਨਹੀਂ ਹੋ ਜੇ ਜੱਜਾਂ ਦੇ ਨਾਲ ਅਸੀਂ ਕਹਿਣ ਤੋਂ ਬਾਅਦ। ਔਰ ਈਵਨ ਦੈਨ ਉਹਦੇ ਲਈ ਅਸੀਂ ਇਹ ਕਹਿੰਦੇ ਸੀ ਕਿ ਸਾਨੂੰ ਹਾਈ ਕੋਰਟ ਪ੍ਰੈਸ਼ਰ ਪਾ ਰਹੀ ਆ ਕਿ ਅਸੀਂ ਜਿਹੜਾ ਹੈ ਉਹਦੇ 'ਤੇ ਰਿਜ਼ਰਵੇਸ਼ਨ ਜਿਹੜੀ ਜੁਡੀਸ਼ਰੀ 'ਚ ਨਹੀਂ ਦੇਣੀ ਬਣਦੀ। ਅਸੀਂ ਮੰਨ ਲਓ ਹਾਈ ਕੋਰਟ ਨੂੰ ਵੀ ਕਿਹਾ, ਉਹਨਾਂ ਨੇ 2 ਰਜਿਸਟਰਾਰ ਆਏ, ਰਜਿਸਟਰਾਰ ਜਨਰਲ ਔਰ ਰਜਿਸਟਰਾਰ ਐਡਮਿਨ, ਔਰ ਦੋਨਾਂ ਨੇ ਆਣ ਕੇ ਕਿਹਾ ਕਿ ਅਸੀਂ ਤਾਂ ਇਹ ਜਿਹੜਾ ਸਟੇਟ ਦਾ ਮਾਮਲਾ ਆ ਇਹਦੇ 'ਚ ਸਾਡਾ ਕੋਈ ਲੈਣ ਦੇਣ ਨਹੀਂ, ਕਿਉਂਕਿ ਅਸੀਂ ਪੰਜਾਬ ਸਰਕਾਰ ਨੂੰ ਪਹਿਲਾਂ ਇੱਕ 2000 ਦੇ ਵਿੱਚ ਕੇਸ ਬਿਹਾਰ ਸਰਕਾਰ ਦੇ ਵਿੱਚ ਵੀ ਇਸ ਤਰ੍ਹਾਂ ਦਾ ਸੁਪਰੀਮ ਕੋਰਟ 'ਚ ਹੋਇਆ ਸੀ, ਔਰ ਸੁਪਰੀਮ ਕੋਰਟ ਦਾ ਇਹ ਫੈਸਲਾ ਸੀ ਕਿ ਇਹ ਸਟੇਟ ਐਸਟੈਬਲਿਸ਼ਮੈਂਟ ਦਾ ਹਿੱਸਾ ਹੈ, ਭਾਵ ਸਰਕਾਰ ਜਿਹੜੇ ਸਟੇਟ ਦੇ ਵਿਭਾਗ ਨੇ ਇਹ ਉਹਨਾਂ ਦੇ EMPLOYE ਨੇ, ਤੇ ਉਹਨਾਂ ਦੇ ਉੱਤੇ ਫੈਸਲਾ ਲੈਣਾ ਸੂਬਾ ਸਰਕਾਰ ਦਾ ਹੋ ਗਿਆ। ਅਬ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਫਿਰ ਇਹਨਾਂ ਨੇ ਕਿਹਾ ਕਿ ਹਾਈ ਕੋਰਟ ਨਹੀਂ ਮੰਨਦਾ ਨਹੀਂ। ਅਸੀਂ ਉਹਨਾਂ ਨੂੰ ਬੁਲਾਇਆ, ਉਹ ਕਹਿੰਦਾ ਸਾਡਾ ਤਾਂ ਕੋਈ ਰੌਲਾ ਹੀ ਨਹੀਂ, ਅਸੀਂ ਤਾਂ ਕਿਹਾ ਹੀ ਨਹੀਂ, ਅਸੀਂ ਤਾਂ ਇਹਨਾਂ ਨੂੰ ਕਲੀਅਰ ਕਰ ਦਿੱਤਾ ਕਿ ਇਹ ਤੁਹਾਡਾ ਮਾਮਲਾ ਤੁਸੀਂ ਕਰੋ। ਹੁਣ ਜਦੋਂ ਉਹ ਤੁਸੀਂ ਕਰੋ ਤੇ ਆ ਗਿਆ, ਤਾਂ ਫਿਰ ਤਾਂ ਨੀਅਤ ਜਿਹੜੀ ਹੈ ਉਹ ਤਾਂ ਸੂਬਾ ਸਰਕਾਰ ਦੀ ਹੈ। ਅੱਛਾ ਸਮਰ ਸਾਹਿਬ, ਇਸ ਤੋਂ ਇਲਾਵਾ ਜਿਹੜੇ ਮੁੱਖ ਮੁੱਦੇ ਵੀ ਆਪਾਂ ਡਿਸਕਸ ਕੀਤੇ, ਇਸ ਤੋਂ ਇਲਾਵਾ ਹੋਰ ਕਿਹੜੇ ਮੁੱਦੇ ਜਿਹੜੇ ਤੁਹਾਡੇ ਹੁਣ ਤੱਕ ਧਿਆਨ ਦੇ ਵਿੱਚ ਆਏ ਨੇ, ਜਾਂ ਕਿਹੜੇ ਮੁੱਦਿਆਂ ਦਾ ਹੱਲ ਹੋ, ਜਾਂ ਵਾਕਈ ਅਜੇ ਵੀ ਕਿਹੜੇ ਮੁੱਦੇ ਨੇ ਜਿਹੜੇ ਅਜੇ ਵੀ ਕਿਤੇ ਨਾ ਕਿਤੇ ਅਣਗੌਲੇ ਪਏ ਨੇ? ਬਹੁਤ ਮੁੱਦੇ ਨੇ, ਮੁੱਦਿਆਂ ਨੂੰ ਤਾਂ ਅਗਰ ਛੇੜੀਏ ਤਾਂ ਇੰਨਾ ਕੁ ਪਿਆ, ਲੜਾਈ ਝਗੜੇ ਵਾਲੇ ਤਾਂ ਆਪਾਂ ਛੱਡ ਲਈਏ, ਜਿਹੜੇ ਸਕੀਮਾਂ ਦੇ ਜਿਹੜੀਆਂ ਆਲਰੇਡੀ ਪਾਲਿਸੀਜ਼ ਦੇ ਉੱਤੇ ਹੀ ਆ। ਹੁਣ ਜਿਹੜੇ ਐਸੀਆਂ ਨੂੰ ਅਲਾਟ ਹੋਈ ਉਹ ਜ਼ਮੀਨ ਹੋਵੇ, ਉਹਨਾਂ ਨੂੰ ਅਲਾਟਮੈਂਟ ਲੈਟਰ ਹੋਵੇ, ਉਹਨਾਂ ਨੂੰ ਕਹਿੰਦੇ ਖਾਲੀ ਕਰੋ। ਫਿਰ SC ਜਦੋਂ ਪਾਕਿਸਤਾਨ ਬਣਿਆ, 60 70 ਸਾਲ ਹੋ ਗਏ ਬਸਦਿਆਂ ਨੂੰ, ਗਲੀਆਂ ਬਣਾ ਲਈਆਂ ਸਰਕਾਰ ਨੇ, ਬਣਾਤੀਆਂ, ਬਿਜਲੀ ਦੇ ਕਨੈਕਸ਼ਨ, ਸਕੂਲ, ਗੁਰਦੁਆਰੇ ਸਭ ਕੁਝ ਬਣ ਗਏ, ਹੁਣ ਉਹ ਵੀ ਕਹਿੰਦੇ ਖਾਲੀ ਕਰੋ। ਯਾਨੀ ਇੱਕ ਜਿਹੜਾ ਹੈ, ਵੈਸੇ ਹਾਈ ਕੋਰਟ ਦਾ ਕਾਨੂੰਨ ਕਹਿੰਦਾ ਕਿ 10 ਸਾਲ ਕੋਈ ਬਹਿ ਜਾਵੇ ਤਾਂ ਉਹਨੂੰ ਨਹੀਂ ਉਠਾ ਸਕਦੇ ਜੇ ਕਿਸੇ ਨੇ ਕਲੇਮ ਨਹੀਂ ਕੀਤਾ। ਇਹਨਾਂ ਤੋਂ ਤੁਸੀਂ ਰਜਿਸਟਰੀਆਂ ਕਰਾ ਕੇ ਦਿੱਤੀਆਂ, ਇਹਨਾਂ ਦੇ ਬਿਜਲੀ ਦੇ ਕਨੈਕਸ਼ਨ ਲਾ ਕੇ ਦਿੱਤੇ, ਇਹਨਾਂ ਦੀਆਂ ਗਲੀਆਂ ਸੜਕਾਂ ਤੁਸੀਂ ਸਰਕਾਰ ਦੇ ਫੰਡ ਨਾਲ ਬਣਾ ਕੇ ਦਿੱਤੀਆਂ ਆ, ਔਰ ਤੁਸੀਂ ਸਰਕਾਰ ਨੇ ਬਣਾ ਕੇ ਦਿੱਤੀਆਂ। ਅੱਜ ਸਰਕਾਰ ਕਹਿੰਦੀ ਹੈ ਤੁਹਾਡੀ ਜ਼ਮੀਨ ਖਾਲੀ ਕਰ ਦਿਓ, ਜਾਂ ਤਾਂ ਹੋਵੇ ਨਾ ਵੀ ਮੁਆਵਜ਼ਾ ਸਾਨੂੰ ਫਲਾਣੇ ਪ੍ਰੋਜੈਕਟ ਦੇ ਲਈ ਜ਼ਮੀਨ ਚਾਹੀਦੀ ਆ ਤੇ ਅਸੀਂ ਤੁਹਾਨੂੰ ਮੁਆਵਜ਼ਾ ਦਿੰਦੇ ਤਾਂ ਤੁਸੀਂ ਹੋਰ ਕਿਤੇ ਸਮਝ ਲੱਗਦੀ ਆ ਕਿ ਕੋਈ ਪ੍ਰੋਜੈਕਟ ਆ ਗਿਆ, ਕੋਈ ਪ੍ਰੋਜੈਕਟ ਨਹੀਂ, ਕੋਈ ਲੈਣ ਨਹੀਂ, ਉਹਨਾਂ ਦੇ ਉੱਤੇ ਆ ਗਿਆ। ਹੁਣ ਜਿਹੜੀਆਂ ਪੰਚਾਇਤ ਦੇ ਵਿੱਚ ਖਾਸ ਕਰਕੇ ਦੁਆਬੇ ਦੇ ਵਿੱਚ ਤਾਂ ਘੱਟ ਤੇ ਮਾਲਵੇ 'ਚ ਜ਼ਿਆਦਾ, ਜਿਹੜੀਆਂ ਪੰਚਾਇਤ ਦੀਆਂ ਜ਼ਮੀਨਾਂ ਖੇਤੀ ਵਾਸਤੇ ਰੱਖੀਆਂ ਹੁੰਦੀਆਂ, ਉਹ 'ਚ 3 ਹਿੱਸੇ ਦੇ ਉੱਤੇ ਖੇਤੀ ਜਿਹੜੀ ਆ ਉਹ SC ਵਰਗ ਨੇ ਕਰਨੀ ਹੁੰਦੀ ਹੈ। ਇੱਥੇ ਜਾਂ ਤਾਂ ਉਹ ਆਪਣੇ ਸੀਰੀਆਂ ਨੂੰ ਖੜਾ ਕਰਕੇ ਯਾਨੀ ਅੰਡਰ ਦਾ ਟੇਬਲ ਹੀ ਕਰ ਲੈਂਦੇ ਆ। ਜੇ ਕੋਈ SC ਆਣ ਕੇ ਰੌਲਾ ਪਾਉਂਦਾ ਕਿ ਅਸੀਂ ਬੋਲੀ ਕਰਾਓ ਇਹਦੀ, ਅਸੀਂ ਆਪ ਬੋਲੀ ਦੇਣੀ ਚਾਹੁੰਦੇ ਆ, ਉਹਨਾਂ ਨੂੰ ਹਲੇ 3 ਦਿਨ ਪਹਿਲਾਂ ਦੀ ਪੰਚਾਇਤ ਨੂੰ ਚੱਕ ਕੇ ਅੰਦਰ, ਉਹ ਸਾਰੇ ਬੰਦਿਆਂ ਨੂੰ ਚੱਕ ਕੇ ਅੰਦਰ ਕਰਤਾ, ਔਰ ਜਿੰਨਾ 'ਚ ਉਹ ਤਾਲਾ ਲਾਤਾ ਉਲਟਾ ਉਹਨਾਂ 'ਤੇ ਪਰਚੇ ਕਰਨੇ ਸ਼ੁਰੂ ਕਰਤੇ। ਉਹ ਭਾਵ ਅੱਜ ਵੀ ਦਬਾਅ ਦੀ ਜਿਹੜਾ ਦਬਾਅ ਥੱਲੇ SCਆਂ ਦੇ ਉੱਤੇ ਕੰਮ ਕੀਤਾ ਜਾ। ਵੱਡਾ ਸਵਾਲ ਤਾਂ ਫਿਰ ਇਹ ਬਣਦਾ ਨਾ, ਕਿਉਂਕਿ ਜੇਕਰ ਪ੍ਰੈਕਟੀਕਲੀ ਗੱਲ ਕੀਤੀ ਜਾਵੇ, ਹਰ ਵਾਰ ਜਦੋਂ ਵੀ ਵਿਧਾਨ ਸਭਾ ਚੋਣਾਂ ਆਉਂਦੀਆਂ ਜਾਂ ਲੋਕ ਸਭਾ ਚੋਣਾਂ ਆਉਂਦੀਆਂ, ਪੰਜਾਬ ਦੇ ਲਿਹਾਜ਼ ਨਾਲ ਵੇਖਿਆ ਜਾਵੇ, ਹਰੇਕ ਪਾਰਟੀ ਦੇ ਨਾ 32% ਦਲਿਤ ਵੋਟ ਬੈਂਕ ਤੇ ਤਾਂ ਨਜ਼ਰ ਹੁੰਦੀ ਹੈ। ਦਲਿਤਾਂ ਦੇ ਨਾਮ ਤੇ ਉਸ ਭਾਈਚਾਰੇ ਤੋਂ 80 ਫੇਸ ਤੱਕ ਅਨਾਉਂਸ ਕਰ ਦਿੱਤਾ ਜਾਂਦਾ ਹੈ, ਉਸ ਤੇ ਖੂਬ ਸਿਆਸਤ ਵੀ ਹੁੰਦੀ ਹੈ। ਪਰ ਜਦੋਂ ਉਹਨਾਂ ਦੇ ਹੱਕ ਦੇ ਵਿੱਚ ਖੜਨ ਦੀ ਗੱਲ ਹੁੰਦੀ ਹੈ, ਉਹਨਾਂ ਦੇ ਮੁੱਦਿਆਂ ਦੀ ਗੱਲ ਹੁੰਦੀ ਹੈ,
ਤਾਂ ਫਿਰ ਉੱਥੇ ਸਰਕਾਰਾਂ ਸਿਆਸੀ ਪਾਰਟੀਆਂ ਫਿਰ ਕੰਨੀ ਕਿਉਂ ਕਤਰਾ ਜਾਂਦੀਆਂ? ਇਹ ਤਾਂ ਇੱਕ ਵੱਡਾ ਸਵਾਲ ਹੈ ਨਾ। ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਕਿਉਂ ਫਿਰ ਮਸਲੇ ਅੱਜ ਤੱਕ ਹੱਲ ਕਿਉਂ ਨਹੀਂ ਹੋਏ? ਮੈਂ ਤਾਂ ਉਹੀ ਕਹਿ ਰਿਹਾ ਕਿ ਕਰਨ ਵਾਲਿਆਂ ਦੀ ਨੀਅਤ ਹੁੰਦੀ ਹੈ। ਡਾਕਟਰ ਅੰਬੇਡਕਰ ਨੇ ਕਿਹਾ ਸੰਵਿਧਾਨ ਜਿਹੜਾ ਆ ਦੇਸ਼ ਦਾ ਜਿੰਨਾ ਮਰਜ਼ੀ ਵਧੀਆ ਹੋਵੇ ਉਨਾ ਚਿਰ ਉਹ ਵਧੀਆ ਨਹੀਂ ਹੋ ਸਕਦਾ ਜਿੰਨਾ ਚਿਰ ਉਹਨੂੰ ਲਾਗੂ ਕਰਨ ਵਾਲਿਆਂ ਦੀ ਨੀਅਤ ਜਾਂ ਭਾਵ ਲਾਗੂ ਕਰਨ ਵਾਲਾ ਠੀਕ ਨਾ ਹੋਵੇ। ਔਰ ਸੰਵਿਧਾਨ ਜੇ ਮਾੜਾ ਵੀ ਹੋਵੇ ਉਹਦੇ 'ਚ ਹੋਵੇ, ਪਰ ਜੇ ਲਾਗੂ ਕਰਨ ਵਾਲਾ ਉਹਨੂੰ ਸਹੀ ਇਨ ਬਿਨ ਪਾਲਣਾ ਕਰਨ ਵਾਲਾ ਹੋਵੇ ਤੇ ਉਹ ਵੀ ਸੰਵਿਧਾਨ ਬਹੁਤ ਵਧੀਆ ਹੈ। ਅੱਜ ਜਿਹੜੀ ਉਹੀ ਗੱਲ ਸਾਨੂੰ ਯਾਦ ਆ ਰਹੀ ਹੈ ਕਿ ਡਾਕਟਰ ਅੰਬੇਡਕਰ ਜੀ ਦਾ ਕਿਹਾ ਹੋਇਆ ਕਿ ਸੰਵਿਧਾਨ ਜਿੰਨਾ ਮਰਜ਼ੀ, ਪਾਲਿਸੀਆਂ ਜਿੰਨੀਆਂ ਮਰਜ਼ੀ ਬਦਲਾ ਦਿਓ, ਇਹ ਕਰ ਦਿਓ, ਪਰ ਨੀਅਤ ਤਾਂ ਚਾਹੀਦੀ ਹੈ। ਲਾਗੂ ਕਰਨ ਵਾਲੇ ਜਿਹੜੇ ਆ ਉਹ ਲਾਗੂ ਕਰਨ ਵਾਲਿਆਂ ਦੀ ਨੀਅਤ ਠੀਕ ਹੋਣੀ ਚਾਹੀਦੀ ਹੈ। ਇਹ ਇਕੱਲੇ ਪੰਜਾਬ 'ਚ ਨਹੀਂ, ਬਾਕੀ ਪੂਰੇ ਦੇਸ਼ 'ਚ ਵੀ, ਰੈਸਟ ਆਫ ਜਿਹੜੀ ਇੰਡੀਆ ਵੀ ਸਾਰੀਆਂ ਬਹੁਤ ਸਾਰੇ ਸਵਾਲ ਨੇ। ਔਰ ਪੰਜਾਬ ਕਿਉਂਕਿ ਇਸ ਵੇਲੇ ਤੁਸੀਂ ਤੁਹਾਡੇ ਸਵਾਲ ਜਿਹੜੇ ਆ ਪੰਜਾਬ ਨੂੰ ਲੈ ਕੇ ਆ, ਇਸ ਕਰਕੇ ਮੈਂ ਪੰਜਾਬ ਦੇ ਮਾਧਿਅਮ ਦੇ ਨਾਲ ਜਵਾਬ ਜਿਹੜੇ ਦੇ ਰਿਹਾ। ਔਰ ਬਹੁਤ ਸਾਰੇ ਜਿਹੜੇ ਮਸਲੇ ਇਸ ਵੇਲੇ ਉਹ ਨੀਅਤ ਦੇ ਉੱਤੇ ਖੜੇ ਆ, ਉਹ ਜਿਹੜੀ ਲਾਗੂ ਕਰਨ ਵਾਲਿਆਂ ਦੀ ਨੀਅਤ ਜਿਹੜੀ ਆ ਉਹ ਠੀਕ ਨਹੀਂ ਹੈ। ਔਰ ਇਸ ਕਰਕੇ ਹੀ, ਨਹੀਂ ਤਾਂ ਅੱਜ ਦੀ ਡੇਟ 'ਚ, ਕੱਲ੍ਹ ਤਾਂ ਤੁਸੀਂ 6 ਮਹੀਨੇ ਪਹਿਲਾਂ ਤਾਂ ਉਹਨਾਂ ਦੇ ਘਰ ਮੂਹਰੇ ਧਰਨਾ ਲਾ ਕੇ ਬੈਠੇ ਸੀ ਇਸੇ ਸਕਾਲਰਸ਼ਿਪ ਦੇ ਮੁੱਦੇ ਤੇ। ਅੱਜ ਤੁਸੀਂ ਉਸ ਪਦ 'ਤੇ ਆ ਜਿਸ ਵਿੱਤ ਮੰਤਰੀ ਦੇ ਖਿਲਾਫ ਤੁਸੀਂ ਕਹਿੰਦੇ ਸੀ ਵੀ ਖਜ਼ਾਨੇ 'ਚੋਂ ਪੈਸਾ ਜਿਹੜਾ ਗੜਪ ਕਰ ਗਏ, ਉਹ ਕਰ ਗਏ। ਅੱਜ ਤੁਸੀਂ ਇਨਕੁਆਇਰੀ ਕਰਨ ਤੋਂ ਕਿਹਨੇ ਰੋਕਿਆ ਤੁਹਾਨੂੰ? ਅੱਜ ਕੌਣ ਕਹਿੰਦਾ ਕਿ ਉਹਦੇ 'ਤੇ ਕਾਰਵਾਈ ਨਾ ਕਰੋ? ਅੱਜ ਤੁਸੀਂ ਆਪ ਕਾਰਵਾਈ ਕਰਨ ਵਾਲੇ ਆ, ਤੇ ਫਿਰ ਕਿਉਂ ਨਹੀਂ ਹੁੰਦੀ? ਅੱਜ ਜੇ ਬੱਚੇ ਜਿਹੜੇ ਅੱਜ ਸਕਾਲਰਸ਼ਿਪ ਦੇ ਕਾਰਨ ਬਾਹਰ ਘਰਾਂ 'ਚ ਬੈਠ ਗਏ, ਤੇ ਫਿਰ ਉਹ ਤੁਸੀਂ ਫੋਟੋ ਤਾਂ ਭਾਵੇਂ ਜਿੰਨੀਆਂ ਮਰਜ਼ੀ ਡਾਕਟਰ ਸਾਹਿਬ ਅੰਬੇਡਕਰ ਸਾਹਿਬ ਦੀਆਂ ਲਾ ਲਓ, ਪਰ ਉਹਦਾ ਨਾਂ ਦੇ ਉੱਤੇ ਤੁਸੀਂ ਜਿੰਨਾ ਚਿਰ ਉਸ ਪਾਲਿਸੀ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕਰੋਗੇ ਤੇ ਐਸੀਆਂ ਦੇ ਪ੍ਰਤੀ ਸਹੀ ਮਾਇਨੇ 'ਚ ਸ਼ਰਧਾ ਨਹੀਂ ਰੱਖਦੇ, ਤਦੋਂ ਤੱਕ ਕੋਈ ਫਾਇਦਾ ਨਹੀਂ, ਜਿੰਨੀਆਂ ਮਰਜ਼ੀ ਸਕੀਮਾਂ ਬਣਾਓ, ਜੋ ਮਰਜ਼ੀ ਕਰੋ। ਅੱਛਾ ਸਮਲਾ ਸਾਹਿਬ, ਵੈਸੇ ਤੁਸੀਂ ਹੁਣ ਸੰਵਿਧਾਨਿਕ ਅਹੁਦੇ ਤੇ ਬਿਰਾਜਮਾਨ ਹੋ, ਪਰ ਨਾਲ ਹੀ ਬੀਜੇਪੀ ਦੇ ਸੀਨੀਅਰ ਲੀਡਰ ਹੋ, ਤੁਸੀਂ ਕੇਂਦਰੀ ਰਾਜ ਮੰਤਰੀ ਵੀ ਰਹਿ ਚੁੱਕੇ ਹੋ। ਜੇਕਰ ਥੋੜ੍ਹੀ ਪੋਲੀਟੀਕਲ ਸਿਨੈਰੀਓ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਲਿਹਾਜ਼ ਦੇ ਨਾਲ, ਤਾਂ ਫਿਲਹਾਲ ਕਿਸ ਤਰ੍ਹਾਂ ਦੀ ਪੋਲੀਟੀਕਲ ਸਥਿਤੀ ਦੇਖਦੇ ਹੋ ਤੁਸੀਂ? ਖੈਰ ਮੈਂ ਇਸ ਮੁੱਦੇ ਤੇ ਕਦੀ ਨਹੀਂ, ਫਿਰ ਵੀ ਬਹੁਤ ਤੁਹਾਡਾ ਲੰਬਾ ਤਜਰਬਾ ਹੈ ਸਿਆਸਤ ਦਾ। ਤਜਰਬਾ ਅਲੱਗ ਚੀਜ਼ ਹੋ ਸਕਦੀ ਹੈ, ਪਰ ਫਿਰ ਇਹਦੇ 'ਚ ਮੈਂ ਤਾਂ ਉਹ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਠੀਕ ਹੈ ਪਾਲਿਸੀਆਂ ਬਹੁਤ ਬਣਾਉਂਦੇ ਆ ਲੋਕੀ, ਆਣ ਕੇ ਮੈਨੀਫੈਸਟੋ ਬਹੁਤ ਸਾਰੇ ਜਾਰੀ ਕਰਦੇ ਨੇ, ਸਾਰੀਆਂ ਪਾਰਟੀ ਜਾਰੀਆਂ। ਔਰ ਮੈਂ ਇਹ ਕਹਿੰਦਾ ਕਿ ਹਾਲੇ ਤਾਂ 3 ਮਹੀਨੇ 4 ਮਹੀਨੇ ਹੋਏ ਆ ਇਲੈਕਸ਼ਨ। ਤੁਹਾਨੂੰ ਵੀ ਕਿਸੇ ਨੂੰ ਵੀ ਜਾ ਕੇ ਪੁੱਛ ਕੇ ਦੇਖੋ ਕਿ ਤੁਹਾਨੂੰ ਮੈਨੀਫੈਸਟੋ ਦਾ ਪਤਾ ਕੀ ਹੈ। ਲੋਕਾਂ ਨੂੰ ਪੁੱਛੋ ਨਾ ਜਿਨ੍ਹਾਂ ਨੇ ਵੋਟ ਦਿੱਤੀ ਹੈ ਕਿ ਮੈਨੀਫੈਸਟੋ 'ਚ ਕੀ ਲਿਖਿਆ ਸੀ। ਕਿਸੇ ਨੂੰ ਨਹੀਂ ਪਤਾ, ਕੋਈ ਪੜ੍ਹ ਰਹੇ ਨੇ ਜਾਂ ਕੋਈ ਕੁਝ ਨਹੀਂ। ਔਰ ਲੋਕਾਂ ਨੂੰ ਇਹ ਸੋਚ ਸਮਝ ਕੇ ਜਿਹੜਾ ਹੈ ਕਰਨਾ ਜ਼ਰੂਰੀ ਚਾਹੀਦਾ। ਮੈਨੀਫੈਸਟੋ ਤਾਂ ਹਰ ਪਾਰਟੀ ਜਾਰੀ ਕਰਦੀ ਹੈ, ਤੇ ਜਦੋਂ ਸਰਕਾਰ ਬਣ ਜਾਂਦੀ ਹੈ, ਮੈਂ ਕਹਿੰਦਾ ਏ ਹੋਵੇ ਪਾਰਟੀ, ਬੀ ਹੋਵੇ, ਸੀ ਹੋਵੇ, ਡੀ ਹੋਵੇ, ਪਾਰਟੀ ਜਿਹੜੀ ਵੀ ਹੋਵੇ, ਜਿਹੜੀ ਸੱਤਾ 'ਚ ਆ ਗਈ, ਉਹਦੇ ਮੈਨੀਫੈਸਟੋ ਨੂੰ ਲੈ ਕੇ ਕਦੀ ਸਵਾਲ ਕਦੋਂ ਪੁੱਛਦੇ ਆ? ਨਾ ਮੀਡੀਆ ਪੁੱਛਦੀ, ਨਾ ਪਬਲਿਕ ਪੁੱਛਦੀ ਹੈ। ਔਰ ਜਿੰਨਾ ਚਿਰ ਪੁੱਛਦੀ ਨਹੀਂ ਉਹਨਾਂ ਚਿਰ ਉਹਨਾਂ ਨੂੰ ਆਪਣੀ ਡਿਊਟੀ ਜਿਹੜੀ ਆ, ਉਹਨਾਂ ਨੂੰ ਜਿਹੜੀ ਆ ਉਹ ਝੋੜ ਕੇ ਉਹਨਾਂ ਨੂੰ ਸਮਝਾਉਣ ਦੀ ਜਿਹੜੀ ਜ਼ਰੂਰਤ ਹੈ, ਉਹ ਬਹੁਤ ਵੱਡੀ ਗੱਲ ਹੈ, ਜਿਹਦੇ 'ਤੇ ਕਮੀ ਜਿਹੜੀ ਆ ਸਾਰਿਆਂ ਨੂੰ ਪਤਾ। ਹੁਣ ਵੋਟ ਲੈ ਲਈ, ਕਿਸੇ ਨੇ ਪੁੱਛਣਾ, ਔਰ ਇਸ ਦਾ ਨਜਾਇਜ਼ ਫਾਇਦਾ ਜਿਹੜਾ ਹੋ ਰਿਹਾ। ਔਰ ਮੈਂ ਤਾਂ ਇਕੱਲੇ ਤੁਹਾਡੇ ਨਹੀਂ, ਮੈਂ ਬਹੁਤ ਸਾਰੇ ਕਾਲਜਸ ਦੇ ਪ੍ਰੋਫੈਸਰਸ ਨਾਲ, ਸਟੂਡੈਂਟ ਨਾਲ, ਟੀਚਰ ਨਾਲ, ਜਿਹੜੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣ ਵਾਲੇ ਕਿ ਸਮਾਜ ਕਿਹੋ ਜਿਹਾ ਹੋਣਾ ਚਾਹੀਦਾ, ਉਹਨਾਂ ਨੂੰ ਵੀ ਪੁੱਛਦਾ ਕਿ ਕਦੀ ਤੁਸੀਂ ਕਿਸੇ ਨੇ ਇਹ ਪੁੱਛਿਆ? ਤੁਸੀਂ ਬੀਜੇਪੀ ਦੇ ਸੀਨੀਅਰ ਲੀਡਰ ਹੋ, ਫਿਰ ਉਸ ਫਹਿਰਿਸਤ ਦਾ ਹਿੱਸਾ ਤੇ ਹਰ ਪਾਰਟੀ ਹੈ। ਮੈਂ ਕਹਿੰਦਾ ਕਿਹੜੀ ਪਾਰਟੀ ਪਿੱਛੇ ਰਹਿੰਦੀ? ਤੁਸੀਂ, ਮੈਂ ਕਿਸੇ ਪਾਰਟੀ ਦੀ ਗੱਲ ਨਹੀਂ, ਮੈਂ ਕਹਿੰਦਾ ਏ ਹੋਵੇ, ਬੀ ਹੋਵੇ, ਸੀ ਹੋਵੇ, ਡੀ ਹੋਵੇ, ਸੱਤਾ 'ਚ ਜਿਹੜੀ ਆ ਉਹਦੇ ਪਹਿਲਾਂ ਪਤਾ ਤਾਂ ਕਰ ਲਓ ਕਿਉਂ ਆਈ ਸੀ। ਜੇ ਮੈਂ ਕੁਝ ਕਿਹਾ ਆ ਤਾਂ ਮੈਨੂੰ ਪੁੱਛਣ ਦਾ ਅਧਿਕਾਰ ਆ ਨਾ ਤੁਹਾਨੂੰ। ਤੁਸੀਂ ਪੁੱਛੋ ਨਾ ਵੀ ਤੁਸੀਂ ਆ ਕਹਿ ਕੇ ਆਏ ਸੀ, ਅੱਜ ਕਿੱਥੇ ਹੋ ਜੀ? ਪੁੱਛਦੇ ਕਿਉਂ ਨਹੀਂ? ਔਰ ਪਬਲਿਕ ਕਿਉਂ ਨਹੀਂ ਪੁੱਛਦੀ? ਪੜ੍ਹੇ ਲਿਖੇ ਲੋਕਾਂ ਨੂੰ ਪੁੱਛ ਕੇ ਦੇਖ ਲਓ, ਮੈਨੀਫੈਸਟੋ ਦੇਖਿਆ ਕਿਸੇ ਨੇ? ਕਿਸੇ ਨੇ ਨਹੀਂ ਦੇਖਿਆ। ਔਰ ਐਡਾ ਵੱਡਾ ਜਿਹੜਾ ਤਬਦੀਲੀ ਕਰਤੀ, ਪਰਿਵਰਤਨ ਕਰਕੇ, ਪਰਿਵਰਤਨ ਹੋਏਗਾ ਕਿੱਦਾਂ, ਕੌਣ ਕਰੇਗਾ, ਇਹਦੇ ਬਾਰੇ ਤਾਂ ਕਿਸੇ ਨੇ ਸੋਚਿਆ ਹੀ ਨਹੀਂ। ਸੋ ਇਹ ਜਿਹੜੀ ਸੋਚ, ਮੇਰਾ ਜਿਹੜਾ ਗੱਲ ਹੈ, ਮੇਰਾ ਸਿੱਧਾ ਕਹਿਣ ਦਾ ਮਤਲਬ, ਸਾਰੇ ਦੇਸ਼ ਵਾਸੀਆਂ ਨੂੰ, ਵੋਟਰਾਂ ਨੂੰ ਇਹ ਆਪਣਾ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ। ਔਰ ਉਹਦੇ ਲਈ ਉਹ ਜਿਹੜੇ ਲੋਕ, ਸਰਕਾਰ ਏ ਹੋਵੇ, ਬੀ ਹੋਵੇ, ਸੀ, ਜਿਹੜੀ ਮਰਜ਼ੀ ਪਾਰਟੀ ਦੀ, ਉਹਨੂੰ ਅਗਰ ਨਹੀਂ ਕਰਦੀ ਤਾਂ ਉਹਨੂੰ ਪੁੱਛਣ ਦਾ ਅਧਿਕਾਰ ਵੀ ਤਾਂ ਤੁਹਾਡੇ ਕੋਲ ਹੋਣਾ ਚਾਹੀਦਾ। ਤੁਸੀਂ ਪੁੱਛੋਗੇ ਨਹੀਂ ਤਾਂ ਅਗਲੇ ਉਹਦਾ ਮਤਲਬ ਅੱਗੇ ਤੋਂ ਅੱਗੇ ਵੱਧਦਾ ਜਾਏਗਾ। ਔਰ ਜਿਹੜੇ ਹਾਲਾਤ ਸਾਨੂੰ ਸਾਹਮਣੇ ਦੇਖਦੇ ਆ, ਉਹਦਾ ਜਿਹੜਾ ਅਸਰ ਜਿਹੜਾ ਸਾਨੂੰ ਦਿਖਾਈ ਦੇ ਰਿਹਾ, ਇਹ ਕੱਲ੍ਹ ਨੂੰ ਹੋਰ ਜਿਹੜਾ ਨੁਕਸਾਨ ਦੇਗਾ। ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਇੱਥੋਂ ਦੇ ਲੋਕ ਪੜ੍ਹੇ ਲਿਖੇ ਵੀ ਇੱਦਾਂ ਦੀਆਂ ਗੱਲਾਂ 'ਤੇ ਜ਼ਿਆਦਾ ਧਿਆਨ ਨਹੀਂ ਦੇਣਗੇ, ਨਹੀਂ ਦਿੰਦੇ, ਤੇ ਉਹ ਫਿਰ ਆਪਣੀ ਮਨਮਰਜ਼ੀਆਂ ਕਰਨਗੇ। ਸਭ ਚੇਅਰਮੈਨ ਦੀ ਗੱਲ ਹੋਵੇ ਨਾ, ਤੁਸੀਂ ਬੀਜੇਪੀ ਦੇ ਸੀਨੀਅਰ ਲੀਡਰ ਹੋ, ਕੇਂਦਰ ਦੇ ਵਿੱਚ ਸੱਤਾ, ਮੈਂ ਚੇਅਰਮੈਨ ਆ ਸੰਵਿਧਾਨਿਕ ਪੋਸਟ ਤੇ। ਬੀਜੇਪੀ ਨਹੀਂ, ਮੈਂ ਵੈਸੇ ਗੱਲ ਕਰ ਰਿਹਾ ਕਿ ਜਦੋਂ ਕੋਈ ਵੀ
ਵੱਡੀ ਪਾਰਟੀ ਦੇ ਨਾਲ ਅਟੈਚ ਹੁੰਦਾ, ਲੰਬਾ ਤੁਹਾਡਾ ਸਿਆਸੀ ਤੌਰ ਤੇ ਵੀ ਤਜਰਬਾ ਹੈ, ਪਰ ਜਦੋਂ ਕੇਂਦਰ ਸਰਕਾਰ ਹੋਵੇ ਹੈ ਨਾ, ਬੀਜੇਪੀ ਉੱਥੇ ਸੱਤਾ ਤੇ ਹੋਵੇ, ਵੱਡੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੋਵੇ, ਪੂਰੇ ਦੇਸ਼ ਨੂੰ ਵੇਖਣਾ ਤੁਸੀਂ, ਤਾਂ ਕਿੰਨਾ ਕੁ ਮੁਸ਼ਕਿਲ ਹੁੰਦਾ ਹੈ ਜਾਂ ਕਿੰਨਾ ਕੁ ਆਸਾਨ ਹੁੰਦਾ ਹੈ ਜਾਂ ਕਿੰਨੀ ਕੁ ਚੁਣੌਤੀ ਹੁੰਦੀ ਹੈ ਕਿ ਫਿਰ ਵੀ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਹੋ, ਉੱਥੇ ਤੁਸੀਂ ਕੋਈ ਬੀਜੇਪੀ ਦਾ ਕਿਸੇ ਪਾਰਟੀ ਦਾ ਟੈਗ ਨਹੀਂ ਹੈ, ਤੁਹਾਡਾ ਉੱਥੇ ਇੱਕ ਜ਼ਿੰਮੇਵਾਰੀ ਤੇ ਹੁੰਦੀ ਹੈ ਕਿ ਕਿਸੇ ਨਾਲ ਕੋਈ ਪੱਖਪਾਤ ਨਾ ਹੋਵੇ, ਇੱਕ ਨਿਊਟਰਲ ਪੂਰਾ ਕੰਮ ਕਰਨਾ ਹੋ ਪਾਉਂਦਾ ਹੈ, ਜਾਂ ਕਿਤੇ ਨਾ ਕਿਤੇ ਉਹ ਇੱਕ ਸਿਆਸੀ ਅਟੈਚਮੈਂਟ ਹੈ ਜਾਂ ਉਹ ਵੀ ਕਿਤੇ ਐਸੀ ਵਿੱਚ ਕਿਤੇ ਅੜਚਨ ਗੱਲ ਬਣਦੀ ਨਹੀਂ, ਹੈ? ਐਸੀ ਕਿਤੇ ਨਹੀਂ ਹੈ। ਮੇਰੇ ਕੋਲ ਹਰਿਆਣਾ ਦੇ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਨੂੰ ਹੱਲ ਕਰਾਇਆ, ਔਰ ਸਰਕਾਰ ਦੇ ਨੁਮਾਇੰਦੇ ਆਣ ਕੇ ਉਹਦੀ ਤੇ ਆਣ ਕੇ ਜੇ ਗਲਤੀ ਹੋਈ ਉਹਨੂੰ ਪੂਰੀਆਂ ਨਹੀਂ, ਕੀਤੀਆਂ। ਅਜਿਹਾ ਤਾਂ ਨਹੀਂ ਹੁੰਦਾ ਕਿ ਔਰ ਕਿਤੇ ਐਸਾ ਨਹੀਂ state 'ਚ ਹਰਿਆਣਾ ਸੱਤਾ ਦਾ ਤੇ ਕੋਈ ਹੋਰ ਪਾਰਟੀ ਹੈ ਤਾਂ ਉੱਥੇ ਫਿਰ ਕਿਤੇ ਕਿਤੇ ਜ਼ਿਆਦਾ ਐਸਾ ਨਹੀਂ ਹੈ। focus ਹੋ ਜਾਂਦਾ। ਜੇ ਤੁਸੀਂ ਦੇਖੋ ਮੇਰੇ ਕੋਲ ਆਣ ਕੇ ਦੇਖੋਗੇ ਤੇ ਯੂਪੀ ਦੇ ਮਸਲੇ ਨੇ ਮੇਰੇ ਕੋਲ, ਜਿਹੜੇ ਆ ਹੋਰ ਵੀ ਮੱਧ ਪ੍ਰਦੇਸ਼ ਦੇ ਵੀ ਮਸਲੇ ਜਿਨ੍ਹਾਂ ਤੇ ਸੁਣਵਾਈਆਂ ਹੋ ਰਹੀਆਂ ਨੇ, ਔਰ ਬਾਕੀ ਸਾਰੇ ਸੂਬਿਆਂ ਦੇ ਵੀ ਮਸਲੇ ਨੇ। ਕੱਲਾ ਐਸਾ ਨਹੀਂ ਹੈ ਕਿ ਵੀ ਇੱਕ ਸੂਬਾ ਨੂੰ ਹੀ ਦੇਖ ਰਿਹਾ, ਔਰ ਯੂਪੀ ਦੇ ਕੇਸ ਮੇਰੇ ਕੋਲ ਆ ਰਹੇ ਨੇ, ਮੇਰੇ ਕੋਲ ਜਿਹੜੇ ਆ ਹਰਿਆਣਾ ਦੇ ਮੱਧ ਪ੍ਰਦੇਸ਼, ਬਿਲਕੁਲ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਨੋਟਿਸਾਂ ਦੀ ਗਿਣਤੀ ਅਗਰ ਤੁਸੀਂ ਦੱਸ ਦਿਓ ਤੁਹਾਨੂੰ ਉਹ ਵੀ ਦੱਸ ਦਿਆਂਗੇ। ਆਣ ਕੇ ਤੇ ਸਾਡੇ ਕਿਤੇ ਆਫਿਸ ਆਣ ਕੇ ਦੇਖ ਲਿਓ ਕਿ ਤੁਹਾਨੂੰ ਦੱਸ ਦੇਣਗੇ, ਤੁਸੀਂ ਡਾਟਾ ਮੰਗਿਓ ਕਿਹੜੇ ਸੂਬੇ ਦਾ ਚਾਹੀਦਾ, ਸਾਰਿਆਂ ਦਾ ਦੇ ਦਿਆਂਗੇ। ਪਰ ਇੱਦਾਂ ਦੇ ਸਾਡੇ ਕੋਲ ਕਿਹੜੀ ਸਰਕਾਰ ਦੇ ਵਿੱਚ ਕਿਹੜੀ ਸੱਤਾ ਤੇ ਐਸਾ ਕਿਤੇ ਨਹੀਂ ਹੈਗਾ। ਸਾਰਿਆਂ ਨੂੰ ਨੋਟਿਸ ਜਾਰੀ ਕੀਤੇ ਜਾਂਦੇ ਆ, ਔਰ ਸਾਰਿਆਂ ਦੇ ਵਿੱਚ ਅਗਰ ਕਿਤੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਤਾਂ ਐਸਾ ਵੀ ਆਇਆ ਕਿ ਬੀਜੇਪੀ ਦੇ ਲੋਕ ਦੋਸ਼ੀ ਸੀਗੇ, ਅਸੀਂ ਉਹਨਾਂ ਨੂੰ ਵੀ ਜੇਕਰ ਸਜ਼ਾ ਬਣਦੀ ਸੀ ਤਾਂ ਦੇਣ ਦੀ ਗੱਲ ਕੀਤੀ ਆ, ਔਰ ਉਹਨਾਂ ਨੂੰ ਦਵਾਈ ਵੀ ਆ। ਐਸਾ ਨਹੀਂ ਹੈ। ਅਜੇ ਹਰਿਆਣਾ ਸਰਕਾਰ ਦੇ ਵਿੱਚ ਜੇਕਰ ਕਿਤੇ ਨਾ ਕਿ ਸਿਆਸੀ ਤੌਰ ਤੇ ਦਖਲਅੰਦਾਜ਼ੀ ਤਾਂ ਨਹੀਂ ਹੁੰਦੀ ਫਿਰ ਉਸ ਤਰ੍ਹਾਂ ਦੀ ਕਿ ਤੁਸੀਂ ਦੇਖੋ ਅੱਜ ਤੱਕ ਹਾਲੇ ਤੱਕ ਮੈਂ ਬੜੇ ਮਾਣ ਨਾਲ ਕਹਿ ਸਕਦਾ, ਮੈਂ ਸਾਰਿਆਂ ਨੂੰ ਜਿੰਨਿਆਂ ਨੂੰ ਵੀ ਨੋਟਿਸ ਦਿੱਤੇ, ਉਹ ਚਾਹੇ ਉਹ ਸਰਕਾਰ ਦੇ ਸੀ ਜਾਂ ਦੂਸਰੇ ਸੀ, ਕਦੀ ਅੱਜ ਤੱਕ ਮੈਨੂੰ ਕਿਸੇ ਦਾ ਫੋਨ ਤੱਕ ਨਹੀਂ ਆਇਆ। ਔਰ ਈਵਨ ਦੈਨ ਮੈਨੂੰ ਇਹ ਜ਼ਰੂਰ ਕਿਤੇ ਆਉਂਦਾ ਕਿ ਇਹ ਜਿਹੜੇ ਮਸਲੇ ਵਧੀਆ ਕੰਮ ਕਰ ਰਹੇ ਹੋ ਤੁਸੀਂ, ਇਹ ਵੀ ਕਰ ਦਿਓ ਨਾਲ, ਉਹ ਵੀ ਕਰ ਦਿਓ। ਬਹੁਤ ਸਾਰੀ ਜਗ੍ਹਾ ਤੋਂ ਆਉਂਦੇ ਆ, ਔਰ ਕਿਸੇ ਦੇ ਉੱਤੇ ਕੋਈ ਜਿਹੜੀ ਬਖਸ਼ਣਾ ਨਹੀਂ ਹੈ, ਔਰ ਜਿਹੜੀ ਕਾਨੂੰਨ ਨੂੰ ਇਨਵਿਨ ਲਾਗੂ ਕਰਨ ਦੀ ਜਿਹੜੀ ਗੱਲ ਕਰਦੇ ਆ ਉਹਦੇ ਤੇ ਸਾਨੂੰ ਮੋਰਲ ਸਪੋਰਟ ਵੀ ਹੈ, ਔਰ ਕਿਸੇ ਨੇ ਵੀ ਅੱਜ ਤੱਕ ਮੇਰੇ ਕਿਸੇ ਵੀ ਕੰਮ ਦੇ ਵਿੱਚ ਦਖਲਅੰਦਾਜ਼ੀ ਤੱਕ ਨਹੀਂ ਕੀਤੀ। ਜੀ ਸਾਡਾ ਸਾਹਿਬ, ਅਖੀਰ ਦੇ ਵਿੱਚ ਬਹੁਤ ਸਾਰੇ ਦਰਸ਼ਕ ਇਸ ਵੇਲੇ ਨਿਊਜ਼ 18 ਪੰਜਾਬ ਨੂੰ ਵੇਖ ਰਹੇ ਨੇ, ਖਾਸ ਤੌਰ ਤੇ ਜੇ ਐਸਸੀ ਭਾਈਚਾਰੇ ਦੀ ਗੱਲ ਕੀਤੀ ਜਾਵੇ, ਕਿਉਂਕਿ ਤੁਸੀਂ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਹੋ, ਖਾਸ ਤੌਰ ਤੇ ਭਾਈਚਾਰੇ ਨੂੰ, ਪੰਜਾਬ ਨੂੰ ਤੁਹਾਡੇ ਵੱਲੋਂ ਕੀ ਸੁਨੇਹਾ ਕੀ ਹੈ? ਦੇਖੋ ਪੰਜਾਬ ਦੀ, ਜਿੱਥੇ ਮੈਂ ਦੋਨਾਂ ਤਿੰਨਾਂ ਪੱਖਾਂ ਨੂੰ ਕਹਾਂਗਾ ਕਿ ਜਿੱਥੇ ਤੱਕ ਸਰਕਾਰ ਨੇ ਜੋ ਵਾਅਦੇ ਕੀਤੇ ਹੁੰਦੇ ਆ, ਉਹ ਜਿਹੜੇ ਗਰੀਬਾਂ ਨਾਲ ਵਾਅਦੇ ਕੀਤੇ ਹੁੰਦੇ ਆ, ਅਨੁਸੂਚਿਤ ਜਾਤੀ ਦੇ ਲੋਕਾਂ ਨਾਲ ਕੀਤੇ ਜਾਂ ਕਿਸੇ ਨਾਲ ਵੀ ਕੀਤੇ ਆ, ਉਹਨਾਂ ਨੂੰ ਇਨਵਿਨ ਪੂਰਾ। ਔਰ ਜਦੋਂ ਤੁਸੀਂ ਕੋਈ ਸਕੀਮ ਬਣਾਉਂਦੇ ਆ, ਕਿਉਂਕਿ ਸਾਡੇ ਕਮਿਸ਼ਨ ਦਾ ਕਿਤੇ ਕੋਈ ਕੰਮ ਨਹੀਂ ਹੈ, ਨਾ ਅਸੀਂ ਕੋਈ ਐਕਟ ਬਣਾਉਣਾ, ਨਾ ਅਸੀਂ ਕੋਈ ਪਾਲਿਸੀ ਬਣਾਉਣੀ, ਨਾ ਕੋਈ ਅਸੀਂ ਵਿੱਚ ਕੋਈ ਦਖਲਅੰਦਾਜ਼ੀ ਕਰਨੀ। ਜੋ ਐਕਟ ਬਣਨਾ, ਜੋ ਪਾਲਿਸੀ ਬਣਨੀ, ਉਹ ਇਨਵਿਨ ਲਾਗੂ ਹੋ ਰਿਹਾ ਕਿ ਨਹੀਂ ਹੋ ਰਿਹਾ, ਉਹ ਅਸੀਂ ਦੇਖਣਾ ਹੁੰਦਾ। ਸੋ ਜਦੋਂ ਤੁਸੀਂ ਸਰਕਾਰਾਂ ਪਾਲਿਸੀ ਬਣਾਉਣੀ ਆ, ਉਹਨੂੰ ਇੰਪਲੀਮੈਂਟ ਕਰਨ ਦਾ ਤਰੀਕਾ ਪਹਿਲਾਂ ਸੋਚ ਕੇ ਉਹਨਾਂ ਨੂੰ ਚੱਲਣਾ ਚਾਹੀਦਾ, ਔਰ ਲੋਕਾਂ ਨੂੰ ਜਿਹੜੇ ਵਾਅਦੇ ਕੀਤੇ ਉਹ ਪੂਰੇ ਕਰਨੇ ਚਾਹੀਦੇ। ਔਰ ਲੋਕਾਂ ਨੂੰ ਵੀ ਨਾਲ ਕਹਾਂਗਾ ਕਿ ਜਿੱਥੇ ਤੁਸੀਂ ਆਪਣਾ ਪੂਰਾ ਧਿਆਨ ਦਿਓ, ਖਾਸ ਕਰਕੇ ਪੜ੍ਹੇ ਲਿਖੇ ਵਰਗ ਨੂੰ ਵੀ, ਕਿ ਉਹ ਵੀ ਜਿਹੜਾ ਆਪਣਾ ਇਹ ਬਹੁਤ ਵੱਡਾ ਅਧਿਕਾਰ ਹੈ ਜਿਹਨੂੰ ਸੋਚ ਸਮਝ ਕੇ ਇਸਤੇਮਾਲ ਕਰਨਾ। ਜੇ ਗਲਤੀ ਵੀ ਹੋ ਗਈ ਤਾਂ ਅੱਗੇ ਜਾ ਕੇ ਉਹਨਾਂ ਨੂੰ ਵੀ ਕਟਾਰੇ 'ਚ ਖੜਾ ਕਰਨ ਦਾ ਤੁਹਾਡਾ ਅਧਿਕਾਰ ਹੈ। ਤੁਸੀਂ ਵੀ ਸਾਨੂੰ ਖੜੇ ਕਰ ਸਕਦੇ ਹੋ ਔਰ ਬਾਕੀ ਵੀ ਕਰ ਸਕਦੇ। ਔਰ ਇਹ ਵੀ ਨਾਲ ਜਿਹੜਾ ਸਾਡਾ ਆਪਣਾ ਜਿਹੜਾ ਵਿਸ਼ੇਸ਼ ਕਰਕੇ ਮੈਂ ਅਨੁਸੂਚਿਤ ਜਾਤੀ ਦੇ ਵਰਗ ਦੇ, ਕਿਉਂਕਿ ਮੈਂ ਕਮਿਸ਼ਨ ਦੇ ਨਾਲ ਹੋਣ ਦੇ ਨਾਤੇ ਮੈਂ ਇਹ ਵੀ ਕਹਾਂਗਾ ਕਿ ਆਪਣੀਆਂ ਜਿਹੜੀਆਂ ਦਰਖਾਸਤਾਂ, ਸਾਡੇ ਕੋਲ ਔਨਲਾਈਨ ਪੋਰਟਲ ਵੀ ਹੈ, ਸਾਡੇ ਕੋਲ ਟੋਲ ਫ੍ਰੀ ਨੰਬਰ ਵੀ ਦਿੱਤੇ ਨੇ, ਸਾਡੇ ਕੋਲ ਜਿਹੜੀਆਂ ਮੇਲਸ ਵੀ ਨੇ ਚੇਅਰਮੈਨ ਦੀਆਂ, ਸਾਡੇ ਵਿਅਕਤੀਗਤ, ਉਹਦੇ 'ਤੇ ਚਾਹੇ ਤੁਹਾਡੇ ਕੋਲ ਨਹੀਂ ਵੀ ਆ ਸਕਦੇ ਤੇ ਪਰ ਉਸ ਦਾ ਇਸਤੇਮਾਲ ਜ਼ਰੂਰ ਕਰੋ। ਅੱਜ ਕੱਲ੍ਹ ਇਲੈਕਟ੍ਰੋਨਿਕ ਦਾ ਮਾਮਲਾ, ਆਧੁਨਿਕ ਯੁੱਗ ਦਾ ਜਿਹੜਾ ਸਮਾਂ ਹੈ, ਉਹਦਾ ਇਸਤੇਮਾਲ ਕਰਦੇ ਹੋਏ ਸਮਾਂ ਵੀ ਬਚਾਓ ਆਪਣਾ, ਜਿਹੜਾ ਇਕਨੋਮਿਕਲੀ, ਕਿਉਂਕਿ ਜਿਹੜਾ ਸਾਡੇ ਕੋਲ ਆਏਗਾ ਤਾਂ ਗਰੀਬ ਵੀ ਹੋਏਗਾ, ਤਾਂ ਇਸ ਕਰਕੇ ਉਹਨਾਂ ਨੂੰ ਆਉਣ ਦੀ ਵੀ ਲੋੜ ਨਹੀਂ। ਤੁਸੀਂ ਆਪਣੀਆਂ ਜਿਹੜੀਆਂ ਦਰਖਾਸਤਾਂ ਉਹ ਔਨਲਾਈਨ ਵੀ ਭੇਜ ਸਕਦੇ ਹੋ, ਤੁਹਾਡੀ ਉੱਥੇ ਵੀ ਸੁਣਵਾਈ ਹੋਏਗੀ। ਸਾਹਿਬ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਸਟੂਡੀਓ ਆਏ ਤੇ ਬੜੇ ਵਿਸਥਾਰ ਦੇ ਨਾਲ ਐਸਸੀ ਭਾਈਚਾਰੇ ਨਾਲ ਜੁੜੇ ਹੋਏ ਮੁੱਦਿਆਂ ਤੇ ਬੜੇ ਵਿਸਥਾਰ ਦੇ ਨਾਲ ਗੱਲਬਾਤ ਹੋਈ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਥੈਂਕ ਯੂ। ਸੋ ਇਹ ਸਨ ਕੌਮੀ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਜੀ। ਬੜੇ ਵਿਸਥਾਰ ਦੇ ਨਾਲ ਐਸਸੀ ਭਾਈਚਾਰੇ ਨਾਲ ਜੁੜੇ ਹੋਏ ਮੁੱਦਿਆਂ ਤੇ ਚਰਚਾ ਹੋਈ, ਤੇ ਜ਼ਰੂਰ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਮੁੱਦੇ ਅਜੇ ਵੀ ਪੈਂਡਿੰਗ ਨੇ, ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਮੁੱਦਿਆਂ ਦਾ ਵੀ ਜ਼ਰੂਰ ਹੱਲ ਹੋਵੇਗਾ। ਸੋ ਇਸ ਗੱਲਬਾਤ ਦੇ ਵਿੱਚ ਫਿਲਹਾਲ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।